ਬੇਸਿਕ ਸਟੱਡੀ ਹੈ ਜਿਹੜੀ ਉਹ ਰਹੀ ਹੈ ਸਰਕਾਰੀ ਸਕੂਲ ਤੋਂ। ਫਸਟ ਕਲਾਸ ਜਿਹੜੀ ਹੈਗੀਆਂ ਨੇ ਪਹਿਲੀ ਕਲਾਸਿਸ ਉਹਨਾਂ ਸਕੂਲਾਂ 'ਚ ਹੋਈਆਂ ਨੇ ਜਿੱਥੇ ਸਰਕਾਰੀ ਸਕੂਲ 'ਚ ਤੱਪੜ ਵੀ ਤੱਪੜ ਦੇ ਲਈ ਵੀ ਆਪਦੀ ਬੋਰੀ ਲੈ ਕੇ ਜਾਣੀ ਪੈਂਦੀ ਸੀ ਬੈਠਣ ਦੇ ਲਈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜਿਹੜਾ ਕਾਲਜ ਹੈ ਇੰਜੀਨੀਅਰਿੰਗ ਕਾਲਜ ਕੈਂਪਸ ਦੇ ਵਿੱਚ ਹੈ, ਉੱਥੋਂ ਮੈਂ ਮਕੈਨੀਕਲ ਇੰਜੀਨੀਅਰਿੰਗ ਕੀਤੀ। ਮਕੈਨੀਕਲ ਇੰਜੀਨੀਅਰਿੰਗ ਕਰਦੇ ਹੋਏ ਮੈਂ ਡਿਸਾਈਡ ਕਰ ਲਿਆ ਸੀਗਾ ਕਿ ਜਿਹੜਾ ਮੈਂ ਆਪਣਾ ਸਫ਼ਰ ਹੈ ਉਹ ਅੱਗੇ ਸਿਵਲ ਸਰਵਿਸਿਜ਼ ਵੱਲ ਜਾਣਾ। ਇੰਜੀਨੀਅਰ ਪੁਲਿਸ ਅਫਸਰ ਕਿੱਦਾਂ ਬਣੇ? ਮੈਂ ਪਹਿਲਾਂ ਡਿਫੈਂਸ ਪਰ ਸਰਵਿਸ 'ਚ ਜਾਣਾ ਚਾਹੁੰਦਾ ਸੀ। ਠੀਕ ਹੈ। ਮੈਂ 에ਅਰ ਫੋਰਸ ਜੁਆਇਨ ਕਰਨਾ ਚਾਹੁੰਦਾ ਸੀ। ਔਰ ਪੁਲਿਸ ਅਫਸਰ ਜਿਹੜਾ ਸਫ਼ਰ ਸੀ ਟ੍ਰੇਨਿੰਗ ਦਾ ਤੇ ਹੋਰ ਜਿੱਥੋਂ ਫਿਰ ਇੰਡੀਪੈਂਡੈਂਟ ਪੋਸਟ ਮਿਲੀ ਉਹ ਸਫ਼ਰ ਕਿੱਥੋਂ ਸ਼ੁਰੂ ਹੋਇਆ ਹੁਣ ਤੱਕ ਕਿੱਥੇ ਕਿੱਥੇ ਸੇਵਾ ਨਿਭਾਈ ਜੀ? ਟ੍ਰੇਨਿੰਗ ਸਾਡੀ ਜਿਹੜੀ ਮੇਰੀ ਸ਼ੁਰੂ ਹੋਈ ਸੀਗੀ ਉਹ ਸ਼ੁਰੂ ਹੋਈ ਫਲੋਰ ਪੰਜਾਬ ਪੁਲਿਸ ਅਕੈਡਮੀ। ਬੜਾ ਐਡਵੈਂਚਰਸ ਤੇ ਐਕਟਿਵ ਜਿਹੜਾ ਹੈਗਾ ਲਾਈਫ ਸਟਾਈਲ ਹੁੰਦਾ ਟ੍ਰੇਨਿੰਗ ਦਾ ਉਹ ਰਿਹਾ। My first posting was as a DSP ਧੂਰੀ। ਦੋਸਤੋ ਤੁਸੀਂ ਦੇਖ ਰਹੇ ਹੋ ਬਾਬੂਸ਼ਾਹੀ ਟਾਈਮਜ਼। ਮੈਂ ਦੀਦਾਰ ਗੁਰਨਾ ਤੁਹਾਡੇ ਨਾਲ ਇੱਕ ਨਵਾਂ ਜਿਹੜਾ ਪ੍ਰੋਗਰਾਮ ਹੈ ਉਹ ਲੈ ਕੇ ਹਾਜ਼ਰ ਹੈ। ਸੋ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਬਹੁਤ ਜਿਹੜੀ ਇੰਟਰਵਿਊ ਹੈ ਇੰਟਰਸਟਿੰਗ ਰਹਿਣੇ ਵਾਲੀ ਹੈ ਕਿਉਂਕਿ ਜਿਸ ਅਫਸਰ ਨੂੰ ਮੈਂ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹਨਾਂ ਨੇ ਬੜੀ ਥੋੜ੍ਹੀ ਉਮਰ ਦੇ ਵਿੱਚ ਬਹੁਤ ਵੱਡੀਆਂ ਅਚੀਵਮੈਂਟਸ ਕੀਤੀਆਂ ਨੇ ਜਾਂ ਆਪਾਂ ਆਮ ਭਾਸ਼ਾ 'ਚ ਕਹਿ ਦਈਏ ਵੀ ਉਹਨਾਂ ਦੇ ਕੰਮ ਦੇ ਰਿਕਾਰਡ ਬੋਲਦੇ ਨੇ। ਸੋ ਆਪਣੇ ਅੱਜ ਦੇ ਮਹਿਮਾਨ ਨੇ ਮੋਹਿਤ ਅਗਰਵਾਲ ਜੀ ਜੋ ਪ੍ਰੈਜ਼ੈਂਟ DSP ਭਵਾਨੀਗੜ੍ਹ ਦੀ ਜਿਹੜੀ ਸੇਵਾ ਉਹ ਨਿਭਾ ਰਹੇ ਨੇ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਕਰਦੇ ਹਾਂ ਸਵਾਗਤ, ਉਸ ਤੋਂ ਬਾਅਦ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਸਵਾਗਤ ਹੈ ਜੀ ਤੁਹਾਡਾ ਬਾਬੂਸ਼ਾਹੀ ਟਾਈਮਜ਼ ਦੇ ਵਿੱਚ ਬਹੁਤ ਬਹੁਤ। ਤਾਂ ਸਭ ਤੋਂ ਪਹਿਲਾਂ ਆਪਣੇ ਇਸ ਪੜ੍ਹਾਈ ਅਤੇ ਪਿਛੋਕੜ ਬਾਰੇ ਦੱਸੋ। ਠੀਕ ਹੈ ਜੀ। ਤੇ ਇਹ ਸਫ਼ਰ ਬੜਾ ਮਤਲਬ ਜਿਹੜਾ ਸਾਡਾ ਹੈਗਾ ਸਰੋਤਿਆਂ ਲਈ ਇੰਟਰਸਟਿੰਗ ਰਹੇਗਾ ਜੀ ਕਿ ਮੈਂ ਜਿਹੜੀ ਸਟੱਡੀ ਕੀਤੀ ਹੈ ਮੇਰੀ ਸਟੱਡੀ ਬੇਸਿਕ ਸਟੱਡੀ ਹੈ ਜਿਹੜੀ ਉਹ ਰਹੀ ਹੈ ਸਰਕਾਰੀ ਸਕੂਲ ਤੋਂ। ਠੀਕ ਹੈ ਜੀ। ਗਵਰਨਮੈਂਟ ਸਕੂਲ ਦੀ ਸਟੱਡੀ ਰਹੀ ਹੈ ਜਿਹਦੇ ਵਿੱਚ ਮੈਂ ਬਠਿੰਡਾ ਜ਼ਿਲ੍ਹੇ ਨੂੰ ਬਿਲੋਂਗ ਕਰਦਾ। ਠੀਕ ਹੈ। ਉੱਥੇ ਸਾਡਾ ਪਿੰਡ ਹੈ। ਤੋ ਮੇਰੀ ਫਸਟ ਕਲਾਸ ਜਿਹੜੀ ਹੈਗੀਆਂ ਨੇ ਪਹਿਲੀ ਕਲਾਸਿਸ ਉਹਨਾਂ ਸਕੂਲਾਂ 'ਚ ਹੋਈਆਂ ਨੇ ਜਿੱਥੇ ਸਰਕਾਰੀ ਸਕੂਲ 'ਚ ਤੱਪੜ ਵੀ ਤੱਪੜ ਦੇ ਲਈ ਵੀ ਆਪਦੀ ਬੋਰੀ ਲੈ ਕੇ ਜਾਣੀ ਪੈਂਦੀ ਸੀ ਬੈਠਣ ਦੇ ਲਈ। ਠੀਕ ਹੈ। ਠੀਕ ਹੈ। ਅਤੇ ਦਵਾਤ ਲੈ ਕੇ ਆਪਾਂ ਜਿਹੜੀ ਫੱਟੀ ਪੋਚ ਕੇ ਗਾਚਣੀ ਨਾਲ ਦੁਪਹਿਰੇ ਜਾ ਕੇ ਲੰਚ ਟਾਈਮ ਫਿਰ ਉਹਨੂੰ ਨਾਲ ਦੀ ਨਾਲ ਪੋਚ ਕੇ ਦੁਬਾਰਾ ਸੁਕਾ ਕੇ ਫਿਰ ਉਹਨੂੰ ਦੁਬਾਰਾ ਲਿਖਣਾ। ਠੀਕ ਹੈ। ਇਹ ਜਰਨੀ ਸਟਾਰਟ ਹੋਈ ਸੀਗੀ। ਠੀਕ ਹੈ। ਠੀਕ ਹੈ ਜੀ। ਉਹ ਜਰਨੀ ਸਟਾਰਟ ਹੁੰਦੇ ਹੋਏ ਮੈਂ ਪੰਜਾਬੀ ਮੀਡੀਅਮ ਦੇ ਵਿੱਚ ਮੇਰੀ ਮੈਜੋਰਿਟੀ ਸਟੱਡੀ ਰਹੀ ਹੈ। ਠੀਕ ਹੈ। ਸੋ ਬਟ ਮੇਰੇ ਪੇਰੈਂਟਸ ਦਾ ਵੀ ਸੁਪਨਾ ਸੀਗਾ ਕਿ ਬੱਚੇ ਨੂੰ ਜਿੱਥੇ ਅੱਗੇ ਸਟੱਡੀ ਦੇ ਵਿੱਚ ਜਾਵੇ ਉੱਥੇ ਲੈ ਕੇ ਜਾਣਾ ਹੈ। ਮੇਰਾ ਵੀ ਸੀਗਾ ਕਿ ਮੈਂ ਅੱਗੇ ਜਿਹੜਾ ਹੈਗਾ ਪਹਿਲਾਂ ਇੰਜੀਨੀਅਰਿੰਗ ਦਾ ਸੀਗਾ, ਇੰਜੀਨੀਅਰਿੰਗ ਕਰਕੇ ਅੱਗੇ ਸਿਵਲ ਸਰਵਿਸਿਜ਼ ਦੇ ਵਿੱਚ ਜਾਂ ਡਿਫੈਂਸ ਸਰਵਿਸਿਜ਼ ਦੇ ਵਿੱਚ ਮੇਰਾ ਜਾਣ ਦਾ ਸੀਗਾ। ਠੀਕ ਹੈ। ਸੋ ਮੈਂ ਉਹੀ ਗੱਲ ਤੁਹਾਡੇ ਨਾਲ ਸਾਂਝੀ ਕਰੂੰਗਾ ਕਿ 9ਵੀਂ ਤੱਕ 9th ਕਲਾਸ ਤੱਕ ਮਤਲਬ ਮੈਨੂੰ ਅਣੂ ਪਰਮਾਣੂ ਪਤਾ ਹੁੰਦੇ ਸੀਗੇ। ਠੀਕ ਹੈ। ਠੀਕ ਹੈ ਜੀ। ਅਤੇ ਐਟਮ ਮੋਲੀਕਿਊਲ ਮੈਨੂੰ 10ਵੀਂ 'ਚ ਪਤਾ ਲੱਗੇ ਬਿਕੋਜ਼ ਮੈਂ ਇੰਜੀਨੀਅਰਿੰਗ ਕਰਨੀ ਸੀਗੀ। ਸੋ ਮੈਂ 10th ਦੇ ਵਿੱਚ ਮੀਡੀਅਮ ਚੇਂਜ ਕੀਤਾ। ਠੀਕ ਹੈ। ਸੋ 10th ਦੇ ਵਿੱਚ ਮੈਂ ਪੰਜਾਬੀ ਤੋਂ ਇੰਗਲਿਸ਼ ਮੀਡੀਅਮ ਦੇ ਵਿੱਚ ਆਇਆ। ਓਕੇ। ਉਹ ਆ ਕੇ ਜਦੋਂ ਉਹ ਬੜਾ ਰੈਡੀਕਲ ਚੇਂਜ ਸੀਗਾ। 9th ਤੱਕ ਇਹ ਸੀਗਾ ਕਿ ਮੇਰੇ 100 ਦੇ ਵਿੱਚੋਂ ਮੈਥ 'ਚੋਂ 100 ਨੰਬਰ ਅਤੇ ਸਾਇੰਸ 'ਚੋਂ ਵੀ ਪੂਰੇ ਦੇ ਪੂਰੇ ਨੰਬਰ, ਇੱਕ ਅੱਧਾ ਨੰਬਰ ਘੱਟ ਗਿਆ, ਉਹ ਆਉਂਦੇ ਸੀਗੇ। ਠੀਕ ਹੈ। ਤਾਂ ਸਡਨ ਸੈਟਬੈਕ ਸੀਗਾ ਮੈਨੂੰ 10th ਦੇ ਵਿੱਚ ਇੱਕਦਮ ਮੇਰੀ ਜਿਹੜੀ ਹੈਗੀ ਹੈ 100 ਤੋਂ ਜਿਹੜੀ ਹੈਗੀ ਹੈ ਉਹ ਉਤਰ ਕੇ ਸਿੱਧੇ 13 ਨੰਬਰ ਆਏ ਮੇਰੇ। ਪਹਿਲੇ ਜਿਹੜੇ MST ਹੁੰਦੇ ਨੇ ਮਿਡ ਜਿਹੜੇ ਉਹ ਐਗਜ਼ਾਮ ਹੁੰਦੇ ਨੇ। ਠੀਕ ਹੈ। ਉਹਦੇ ਵਿੱਚ ਆਇਆ। ਚਲੋ ਮੈਂ ਆਪਣਾ ਹੌਸਲਾ ਬੰਨਿਆ ਕਿਉਂਕਿ ਜੇ ਅੱਗੇ ਕਰਨਾ ਹੈ ਤਾਂ ਉਸ ਚੀਜ਼ 'ਚ ਸਕਸੀਡ ਕਰਨਾ ਪੈਣਾ ਸੀ। ਇੰਜੀਨੀਅਰਿੰਗ ਇੰਗਲਿਸ਼ 'ਚ ਹੁੰਦੀ ਹੈ ਉਹ ਸਾਰਾ ਜੋ ਹੈ। ਸੋ ਉਹ ਬੇਸਿਸ ਦੇ ਉੱਤੇ ਚਲੋ ਮਿਹਨਤ ਕਰਦੇ ਰਹੇ। ਅਲਟੀਮੇਟਲੀ ਮੈਂ ਮੈਰਿਟ ਦੇ ਵਿੱਚ ਵੀ ਆਇਆ। ਮੇਰੇ ਮੈਥ 'ਚੋਂ ਤਕਰੀਬਨ ਪੂਰੇ ਵਾਂਗੂ ਨੰਬਰ ਸੀਗੇ ਐਂਡ ਸਾਇੰਸ 'ਚੋਂ ਵੀ ਮੈਂ 80+ ਸਕੋਰ ਕੀਤਾ 100 'ਚੋਂ ਜੀ। ਸੋ ਉਹ ਵਧੀਆ ਮਾਰਕਸ ਦੇ ਨਾਲ 10th ਹੋਈ। ਉਸ ਤੋਂ ਬਾਅਦ ਫਿਰ ਮੈਂ ਨਾਨ ਮੈਡੀਕਲ ਦੇ ਵਿੱਚ ਆਇਆ। ਨਾਨ ਮੈਡੀਕਲ ਦੇ ਵਿੱਚ ਕਰਨ ਤੋਂ ਬਾਅਦ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜਿਹੜਾ ਕਾਲਜ ਹੈ ਇੰਜੀਨੀਅਰਿੰਗ ਕਾਲਜ ਕੈਂਪਸ ਦੇ ਵਿੱਚ ਹੈ, ਉੱਥੋਂ ਮੈਂ ਮਕੈਨੀਕਲ ਇੰਜੀਨੀਅਰਿੰਗ ਕੀਤੀ। ਠੀਕ ਹੈ ਜੀ। ਸੋ ਮਕੈਨੀਕਲ ਇੰਜੀਨੀਅਰਿੰਗ ਕਰਦੇ ਹੋਏ ਮੈਂ ਡਿਸਾਈਡ ਕਰ ਲਿਆ ਸੀਗਾ ਕਿ ਜਿਹੜਾ ਮੈਂ ਆਪਣਾ ਸਫ਼ਰ ਹੈ ਉਹ ਅੱਗੇ ਸਿਵਲ ਸਰਵਿਸਿਜ਼ ਵੱਲ ਜਾਣਾ ਹੈ। ਹੁਣ ਆਪਾਂ ਅਗਲਾ ਸਵਾਲ ਕਰਦੇ ਵੀ ਇੱਕ ਇੰਜੀਨੀਅਰ ਪੁਲਿਸ ਅਫਸਰ ਕਿੱਦਾਂ ਬਣਿਆ ਜੀ? ਇਹ ਸਵਾਲ ਹੈ। ਸੋ ਇਹ ਹੈ ਜੀ ਕਿ ਮੈਂ ਜਦੋਂ ਆਪਣਾ ਕਾਲਜ ਦੇ ਵਿੱਚ ਸਟੱਡੀ ਕਰ ਰਿਹਾ ਸੀਗਾ। ਠੀਕ ਹੈ। ਸੋ ਸੁਸਾਇਟੀ ਨੂੰ ਤੁਹਾਨੂੰ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੋ ਕਿਤੇ ਵੀ ਤਾਂ ਤੁਹਾਡਾ ਇੱਕਦਮ ਹੋਰੀਜ਼ਨ ਬੜਾ ਵਾਈਡ ਹੋ ਜਾਂਦਾ ਜੀ। ਬਿਲਕੁਲ। ਤਾਂ ਤੁਸੀਂ ਪਹਿਲਾਂ ਇੱਕ ਸਕੂਲ ਤੋਂ ਫਿਰ ਜਿਹੜਾ ਕਾਲਜ ਹੈ ਉਹ ਯੂਨੀਵਰਸਿਟੀ ਬਣ ਜੇ ਤਾਂ ਉੱਥੇ ਤੁਹਾਨੂੰ ਮਲਟੀ ਡਿਸਿਪਲਿਨਰੀ ਹੋ ਜਾਂਦਾ ਹੈ। ਉੱਥੇ ਸਿਰਫ ਇੰਜੀਨੀਅਰਿੰਗ ਨਹੀਂ ਸੀਗੀ, ਉੱਥੇ ਇੰਜੀਨੀਅਰਿੰਗ ਦੇ ਨਾਲ ਆਰਟਸ, ਕਮਰਸ, ਸਪੋਰਟਸ ਐਵਰੀਥਿੰਗ। ਪੰਜਾਬੀ ਯੂਨੀਵਰਸਿਟੀ ਇੱਕ ਵੱਡਾ ਦਾਇਰਾ ਹੈ, ਮੇਨ ਕੈਂਪਸ ਹੈ, ਉੱਥੇ ਫਿਰ ਸਾਰਾ ਤੁਹਾਨੂੰ ਐਕਸਪੀਰੀਅੰਸ ਹੁੰਦਾ ਹੈ। ਬਿਲਕੁਲ ਠੀਕ। ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜੋ ਮੇਰੇ ਮਨ ਦੇ ਵਿੱਚ ਦੋ ਇੱਛਾਵਾਂ ਸੀਗੀਆਂ ਮੈਂ ਦੱਸੂਗਾ ਤੁਹਾਨੂੰ ਕਿ ਮੈਂ ਪਹਿਲਾਂ ਡਿਫੈਂਸ ਪਰ ਸਰਵਿਸਿਜ਼ 'ਚ ਜਾਣਾ ਚਾਹੁੰਦਾ ਸੀ। ਠੀਕ ਹੈ। ਮੈਂ 에ਅਰ ਫੋਰਸ ਜੁਆਇਨ ਕਰਨਾ ਚਾਹੁੰਦਾ ਸੀ।
ਸੋ ਉਹਦੇ ਲਈ ਮੈਂ ਕੀਤਾ ਕੰਪੀਟ, ਬਟ ਮੈਨੂੰ ਉੱਥੇ ਫਿਜ਼ੀਕਲ ਦੌਰਾਨ ਮੈਨੂੰ ਕੋਈ ਬੈਕ ਦੀ ਦਿੱਕਤ ਆ ਗਈ ਰਸਤੇ ਦੇ ਵਿੱਚੋਂ, ਝਟਕਾ ਲੱਗਿਆ, ਥੋੜ੍ਹਾ ਜਿਹਾ ਇਸ਼ੂ ਆ ਗਿਆ ਮੇਰਾ। ਤਾਂ ਮੈਂ ਇੰਜੀਨੀਅਰਿੰਗ ਕਰਨ ਤੋਂ ਬਾਅਦ ਫਿਰ ਮੈਂ ਡਿਸਾਈਡ ਕੀਤਾ ਕਿ ਮੈਡੀਕਲੀ ਠੀਕ ਵੀ ਹੋ ਜਾਊਂਗਾ ਮੀਨਵਾਈਲ, ਐਂਡ ਆਪਣਾ ਸਿਵਲ ਸਰਵਿਸਿਜ਼ ਵੱਲ ਮੇਰਾ ਫੋਕਸ ਸ਼ਿਫਟ ਹੋ ਗਿਆ ਜੀ। ਠੀਕ ਹੈ। ਸੋ ਮੈਂ ਸਿਵਲ ਸਰਵਿਸਿਜ਼ ਦੀ ਤਿਆਰੀ ਸ਼ੁਰੂ ਕਰਨੀ। ਸੋ ਮਨ ਦੇ ਵਿੱਚ ਜਿਹੜੀ ਹੈਗੀ ਹੈ ਪੁਲਿਸ ਅਫਸਰ ਜਿਹੜੀ ਤੁਸੀਂ ਸਪੈਸੀਫਿਕਲੀ ਪੁੱਛ ਰਹੇ ਹੋ ਜੀ, ਉਹਦਾ ਇਹ ਹੈ ਵੀ ਬੈਲਟ ਫੋਰਸਿਸ ਦਾ ਮੈਨੂੰ ਹਮੇਸ਼ਾ ਹੀ ਚਾਅ ਸੀਗਾ। ਮੈਂ ਪਹਿਲਾਂ 에ਅਰ ਫੋਰਸ ਜਾਣਾ ਚਾਹੁੰਦਾ ਸੀਗਾ, ਤਾਂ ਉੱਧਰ ਵੀ ਡਿਫੈਂਸ ਫੋਰਸਿਸ ਜਾਣਾ ਚਾਹੁੰਦਾ ਸੀ, ਇੱਧਰ ਵੀ ਫੋਰਸ ਹੈ ਇਹ, ਤਾਂ ਬੈਲਟ ਫੋਰਸਿਸ ਦੇ ਵਿੱਚ ਫਿਰ ਆਟੋਮੈਟਿਕਲੀ ਹੈ ਵੀ ਜੇ ਉੱਧਰ ਨਹੀਂ ਤਾਂ ਇੱਧਰ ਸਹੀ। ਠੀਕ ਹੈ। ਤਾਂ ਫਿਰ ਮੈਂ ਇਸ ਕਰਕੇ ਜਿਹੜਾ ਹੈਗਾ ਪੁਲਿਸ ਸਰਵਿਸ ਵੱਲ ਅਟਰੈਕਟਡ ਸੀਗਾ ਜੀ। ਠੀਕ ਹੈ ਜੀ। ਅੱਛਾ, ਜਿਹੜਾ ਪੁਲਿਸ ਬਤੌਰ ਪੁਲਿਸ ਅਫਸਰ ਜਿਹੜਾ ਸਫ਼ਰ ਸੀ ਟ੍ਰੇਨਿੰਗ ਦਾ ਤੇ ਹੋਰ ਜਿੱਥੋਂ ਫਿਰ ਇੰਡੀਪੈਂਡੈਂਟ ਪੋਸਟ ਮਿਲੀ, ਉਹ ਸਫ਼ਰ ਕਿੱਥੋਂ ਸ਼ੁਰੂ ਹੋਇਆ ਹੁਣ ਤੱਕ, ਕਿੱਥੇ ਕਿੱਥੇ ਸੇਵਾ ਨਿਭਾਈ ਜੀ? ਸੋ ਜਿਹੜਾ ਡੀਐਸਪੀ ਦੀ ਟ੍ਰੇਨਿੰਗ ਹੈ ਮੈਂ ਉਹ ਸਾਰੇ ਸਭ ਨਾਲ ਸਰੋਤੇ ਨਾਲ ਸਾਂਝੀ ਕਰ ਦੇਣਾ ਉਹ ਚੀਜ਼ ਜੀ ਕਿ ਜਦੋਂ ਤੁਸੀਂ ਸਿਵਲ ਸਰਵਿਸਿਜ਼ ਦਾ ਐਗਜ਼ਾਮ ਦੇਣਾ ਹੈ ਉਹਦੇ ਲਈ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਪਹਿਲਾਂ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ। ਗ੍ਰੈਜੂਏਟ ਚਾਹੇ ਤੁਸੀਂ ਇੰਜੀਨੀਅਰ ਹੋ, ਚਾਹੇ ਡਾਕਟਰ ਹੋ, ਚਾਹੇ BA ਕੀਤੀ ਹੈ, ਚਾਹੇ LLB ਕੀਤੀ ਹੈ, ਕੁਛ ਵੀ ਮਤਲਬ ਜਿਹੜਾ ਤੁਹਾਡਾ ਹੈਗਾ ਬੈਚਲਰ ਡਿਗਰੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਠੀਕ ਹੈ। ਉਹ ਕਰਨ ਤੋਂ ਬਾਅਦ ਤੁਸੀਂ ਕੰਪੀਟ ਕਰਦੇ ਹੋ। ਉਹ ਐਗਜ਼ਾਮ ਦੇ ਲਈ ਮੈਂ ਕੰਪੀਟ ਕੀਤਾ। 3 ਸਟੇਜਿਸ ਦੇ ਵਿੱਚ ਐਗਜ਼ਾਮ ਹੁੰਦਾ ਹੈ। ਪਹਿਲਾਂ ਪ੍ਰੀਲਿਮਸ ਹੁੰਦਾ ਹੈ ਜਿਸ ਦੇ ਵਿੱਚ ਹਜ਼ਾਰਾਂ ਲੱਖਾਂ ਬੱਚੇ ਬੈਠਦੇ ਨੇ, ਉਹਨਾਂ ਦੇ ਵਿੱਚੋਂ ਕੁਛ ਜਿੰਨੀਆਂ ਪੋਸਟਾਂ ਹੁੰਦੀਆਂ ਨੇ ਉਦੋਂ 10-12 ਗੁਣਾ ਜਿਹੜੇ ਬੱਚੇ ਨੇ ਉਹ ਮੇਨਸ ਲਿਖਦੇ ਨੇ ਐਸਪੀਰੈਂਟਸ। ਮੰਨ ਲਓ ਜੇ 100 ਪੋਸਟਾਂ ਨੇ ਤਾਂ 1000-1200 ਬੰਦਾ ਜਿਹੜਾ ਹੈਗਾ ਮੇਨਸ ਲਿਖੇਗਾ। ਤਾਂ ਉਹ ਮੇਨਸ ਮਤਲਬ ਸਾਰਾ ਜਿਹੜਾ ਪ੍ਰੀਲਿਮਸ ਹੈ ਉਹ ਆਬਜੈਕਟਿਵ ਹੁੰਦਾ ਹੈ, ਮਲਟੀਪਲ ਚੋਇਸ ਕੁਐਸਚਨਸ ਹੁੰਦੇ ਨੇ, ਤੁਸੀਂ ਚੂਜ਼ ਕਰਨੇ ਹੁੰਦੇ ਨੇ, ਐਂਡ ਜਿਹੜਾ ਮੇਨਸ ਹੈ ਉਹ ਤੁਹਾਡਾ ਰਿਟਨ ਐਗਜ਼ਾਮ ਹੁੰਦਾ ਹੈ। ਤਾਂ ਉਹ ਰਿਟਨ ਐਗਜ਼ਾਮ ਜਿਹੜਾ ਹੈਗਾ ਮਲਟੀਪਲ ਐਗਜ਼ਾਮ 8-10 ਐਗਜ਼ਾਮ ਦੇਣੇ ਹੁੰਦੇ ਨੇ, ਤਾਂ ਉਹ ਦੇ ਕੇ ਉਸ ਤੋਂ ਬਾਅਦ ਫਿਰ ਇੰਟਰਵਿਊ ਹੁੰਦੀ ਹੈ। ਸੋ ਤੀਜਾ ਪੜਾਅ ਇੰਟਰਵਿਊ ਦਾ 1 ਸਾਲ ਦਾ ਪ੍ਰੋਸੈਸ ਹੋ ਜਾਂਦਾ ਹੈ। ਸੋ ਇਹ ਕੰਪਲੀਟ ਕਰਨ ਤੋਂ ਬਾਅਦ ਮੇਨਸ ਤੇ ਇੰਟਰਵਿਊ ਦਾ ਸਕੋਰ ਜੁੜ ਕੇ ਨੰਬਰ ਦੋਨੋਂ ਐਡ ਹੋ ਕੇ ਫਿਰ ਤੁਹਾਡੀ ਮੈਰਿਟ ਲਿਸਟ ਬਣਦੀ ਹੈ ਤੇ ਉਹਦੇ ਅਕੋਰਡਿੰਗਲੀ ਫਿਰ ਤੁਹਾਡੀਆਂ ਪ੍ਰੈਫਰੈਂਸਿਸ ਹੁੰਦੀਆਂ ਨੇ। ਠੀਕ ਹੈ। ਉਸ ਅਕੋਰਡਿੰਗਲੀ ਤੁਹਾਨੂੰ ਸਰਵਿਸ ਮਿਲਦੀ ਹੈ। ਠੀਕ ਹੈ। ਸੋ ਮੈਨੂੰ ਜਿਵੇਂ ਮੇਰੀਆਂ ਪ੍ਰੈਫਰੈਂਸਿਸ ਸੀਗੀਆਂ ਉਸ ਅਕੋਰਡਿੰਗਲੀ ਮੈਨੂੰ ਬਤੌਰ DSP ਮਿਲੀ। ਠੀਕ ਹੈ। ਸੋ ਜੋ DSP ਦੀ ਉਸ ਤੋਂ ਬਾਅਦ ਟ੍ਰੇਨਿੰਗ ਦਾ ਹੈ, ਸੋ ਟ੍ਰੇਨਿੰਗ ਸਾਡੀ ਜਿਹੜੀ ਮੇਰੀ ਸ਼ੁਰੂ ਹੋਈ ਸੀਗੀ ਉਹ ਸ਼ੁਰੂ ਹੋਈ ਫਿਲੌਰ ਪੰਜਾਬ ਪੁਲਿਸ ਅਕੈਡਮੀ, ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਹੈ। ਠੀਕ ਹੈ। ਫਿਲੌਰ ਉੱਥੇ ਟ੍ਰੇਨਿੰਗ ਹੋਈ। ਉੱਥੇ ਇੱਕ ਬੇਸਿਕ ਟ੍ਰੇਨਿੰਗ 1 ਸਾਲ ਦੀ ਟ੍ਰੇਨਿੰਗ ਹੁੰਦੀ ਹੈ ਜਿਹਦੇ ਵਿੱਚ ਸਾਡੇ ਫਿਜ਼ੀਕਲ ਐਕਟੀਵਿਟੀਜ਼ ਅਤੇ ਬਾਕੀ ਜਿਹੜਾ ਲੀਗਲ ਕੈਰੀਕੂਲਮ ਹੈ ਉਹ ਸਾਰਾ ਸਟੱਡੀ ਹੁੰਦਾ ਹੈ। ਨਾਲ ਉਹਦੇ ਵਿੱਚ ਹੋਰ ਹਾਰਸ ਰਾਈਡਿੰਗ, ਸਵਿਮਿੰਗ ਅਤੇ ਸ਼ੂਟਿੰਗ, ਫਾਇਰਿੰਗ ਵਗੈਰਾ ਇਹ ਸਾਰਾ ਕੁਛ ਚੱਲਦਾ ਹੈ। ਤਾਂ ਉਹ ਸਾਡਾ ਸਾਰਾ ਜਿਹੜਾ ਹੈਗਾ ਬੇਸਿਕਲੀ ਉਹ ਸਾਰਾ ਹੋਇਆ। ਬੜਾ ਐਡਵੈਂਚਰਸ ਅਤੇ ਐਕਟਿਵ ਜਿਹੜਾ ਹੈਗਾ ਲਾਈਫ ਸਟਾਈਲ ਹੁੰਦਾ ਟ੍ਰੇਨਿੰਗ ਦਾ ਉਹ ਰਿਹਾ। ਉਸ ਤੋਂ ਬਾਅਦ ਸਾਡੀ 3 ਮਹੀਨੇ ਦੀ ਜਿਹੜੀ ਹੈ ਕਮਾਂਡੋ ਟ੍ਰੇਨਿੰਗ ਹੁੰਦੀ ਹੈ। ਪਟਿਆਲਾ ਬਹਾਦਰਗੜ੍ਹ ਕਿਲੇ ਦੇ ਵਿੱਚ ਕਮਾਂਡੋ ਟ੍ਰੇਨਿੰਗ ਸੈਂਟਰ ਹੈ। ਠੀਕ ਹੈ। ਸੋ ਉੱਥੇ ਕਮਾਂਡੋ ਟ੍ਰੇਨਿੰਗ ਹੈ। ਉਹ ਸਾਰੇ ਕਮਾਂਡੋ ਟਾਸਕ ਜਿਹੜੇ ਹੈਗੇ ਨੇ ਉਹ ਹੁੰਦੇ ਨੇ। ਆਬਸਟੈਕਲ ਕੋਰਸ ਹੁੰਦਾ ਹੈ, ਫਿਰ BPT PPT ਹੁੰਦੀਆਂ ਨੇ ਸਾਡੀਆਂ, ਮਤਲਬ ਫਿਜ਼ੀਕਲ ਪ੍ਰੋਫੀਸ਼ੀਐਂਸੀ ਟੈਸਟ, ਬੈਟਲ ਪ੍ਰੋਫੀਸ਼ੀਐਂਸੀ ਟੈਸਟ, ਉਹ ਸਾਰੇ ਹੁੰਦੇ ਨੇ ਜੀ। ਠੀਕ ਹੈ। ਤਾਂ ਉਹ ਸਾਰਾ ਕੰਪਲੀਟ ਕਰਨ ਤੋਂ ਬਾਅਦ ਫਿਰ ਸਾਡਾ ਟੈਨਿਓਰ ਆਉਂਦਾ ਹੈ ਕਿ ਇੱਕ 9-10 ਮਹੀਨਿਆਂ ਦਾ ਇੱਕ ਟੈਨਿਓਰ ਹੁੰਦਾ ਜਿਹਦੇ ਵਿੱਚੋਂ 4-5 ਮਹੀਨੇ ਜਿਹੜਾ ਹੈਗਾ SHOਸ਼ਿਪ ਹੁੰਦੀ ਹੈ ਜਿਸ ਵਿੱਚ ਅਸੀਂ ਗਰਾਊਂਡ ਦਾ ਵਰਕ ਸਮਝਣਾ ਹੁੰਦਾ ਹੈ। ਠੀਕ ਹੈ। ਤਾਂ ਮੈਨੂੰ ਡਿਸਟ੍ਰਿਕਟ ਪ੍ਰੈਕਟੀਕਲ ਟ੍ਰੇਨਿੰਗ ਦੇ ਲਈ ਪਟਿਆਲਾ ਜ਼ਿਲ੍ਹਾ ਅਲਾਟ ਹੋਇਆ। ਸੋ ਮੈਂ ਪਟਿਆਲੇ ਬਤੌਰ ਤ੍ਰਿਪੜੀ SHO ਐਂਡ ਬਖਸ਼ੀਵਾਲ SHO ਸੇਵਾਵਾਂ ਨਿਭਾਈਆਂ। 2-2 ਮਹੀਨੇ ਦਾ ਟੈਨਿਓਰ ਹੁੰਦਾ, 2 ਮਹੀਨੇ ਅਰਬਨ, 2 ਮਹੀਨੇ ਰੂਰਲ। ਤਾਂ ਉਹ ਸਾਰਾ ਵਰਕ ਸਮਝਿਆ। ਬਾਕੀ ਫਿਰ ਅਟੈਚਮੈਂਟਸ ਹੁੰਦੀਆਂ ਨੇ ਅਲੱਗ-ਅਲੱਗ ਆਫਿਸਿਸ ਦੇ ਵਿੱਚ। ਤਾਂ ਆਫਿਸਿਸ ਦੇ ਨਾਲ ਡਿਸਟ੍ਰਿਕਟ ਦੇ ਜਿਹੜੇ ਹੁੰਦੇ ਨੇ, ਚਾਹੇ DC ਸਾਹਿਬ ਨੇ, ਸੈਸ਼ਨ ਜੱਜ ਜੀ ਨੇ, ਕੋਰਟ ਦਾ ਜਿਹੜਾ ਹੈਗਾ ਉਹ ਹੋ ਗਿਆ ਆਪਣਾ SSP ਸਾਹਿਬ ਦੇ ਨਾਲ। ਤਾਂ ਉਹ ਸਾਰਾ ਇੰਟਰੈਕਸ਼ਨ ਹੁੰਦਾ ਅਲੱਗ-ਅਲੱਗ ਯੂਨਿਟਸ ਦੇ ਨਾਲ। ਸੋ ਉਹ ਪਟਿਆਲੇ ਤੋਂ ਸਫ਼ਰ ਜਿਹੜਾ ਹੈ ਟ੍ਰੇਨਿੰਗ ਦਾ ਸਟਾਰਟ ਹੋਇਆ ਜੀ। ਠੀਕ ਹੈ। ਅਤੇ ਫਿਰ ਜਿਹੜੀ ਮੇਰੀ ਫਸਟ ਉਸ ਤੋਂ ਬਾਅਦ ਇਹ ਸਾਰਾ ਕੰਪਲੀਟ ਹੋਣ ਤੋਂ ਬਾਅਦ 1 ਮਹੀਨੇ ਦੇ ਲਈ ਅਸੀਂ ਦੁਬਾਰਾ ਅਕੈਡਮੀ ਜਾਣਾ ਹੁੰਦਾ। ਉਹ ਸਾਰਾ ਕਨਕਲੂਡਿੰਗ ਫੇਜ਼ ਹੁੰਦਾ ਹੈ। ਤਾਂ 2 ਸਾਲ ਪੂਰੇ ਹੋ ਜਾਂਦੇ ਨੇ ਉਹਦੇ ਵਿੱਚ। ਠੀਕ ਹੈ। ਤਾਂ ਉਸ ਦੇ ਵਿੱਚ ਸਾਰਾ ਜੋ ਵੀ ਅਸੀਂ ਫੀਲਡ 'ਚ ਦੇਖ ਕੇ ਆਏ ਹਾਂ ਉਹਦੇ ਰਿਗਾਰਡਿੰਗ ਡਿਸਕਸ਼ਨਸ ਵਗੈਰਾ ਹੁੰਦੀਆਂ ਨੇ। ਫਿਰ ਫਾਈਨਲ ਪੋਸਟਿੰਗ ਹੁੰਦੀ ਹੈ ਜੋ ਇੰਡੀਪੈਂਡੈਂਟ DSP ਦਾ ਚਾਰਜ ਮਿਲਦਾ ਹੈ। ਠੀਕ ਹੈ। ਸੋ ਮਾਈ ਫਸਟ ਪੋਸਟਿੰਗ ਵਾਜ਼ ਐਜ਼ ਅ DSP ਧੂਰੀ ਸਬ ਡਿਵੀਜ਼ਨ ਦੇ ਵਿੱਚ। ਮੈਂ ਫਰਵਰੀ 2019 ਦੇ ਵਿੱਚ ਮੇਰੀ ਪਹਿਲੀ ਪੋਸਟਿੰਗ ਹੋਈ। ਠੀਕ ਹੈ। ਠੀਕ ਹੈ। ਉਹ ਇਲੈਕਸ਼ਨ ਦਾ ਦੌਰ ਸੀ, MP ਇਲੈਕਸ਼ਨਸ ਹੋਣੀਆਂ ਸੀਗੀਆਂ। ਜੀ ਜੀ ਬਿਲਕੁਲ। ਅਤੇ ਉੱਥੇ ਫਿਰ ਜੋ ਹੈ ਡਿਊਰਿੰਗ ਇਲੈਕਸ਼ਨਸ ਮੇਰੀ ਉੱਥੇ ਪੋਸਟਿੰਗ ਹੁੰਦੀ ਹੈ। ਠੀਕ ਹੈ। ਇਹ ਤੁਹਾਡਾ ਜੇ ਤੁਸੀਂ ਮੈਨੂੰ ਦੱਸਿਆ ਸੀ ਵੀ ਤੁਹਾਨੂੰ ਜਿੱਥੇ ਪਹਿਲੀ ਤੁਹਾਡੀ DSPਸ਼ਿਪ ਸੀਗੀ ਉਹਦੇ ਦੌਰਾਨ ਹੀ ਤੁਹਾਨੂੰ DGP ਡਿਸਕ ਨਾਲ ਸਨਮਾਨਿਤ ਕੀਤਾ ਗਿਆ ਸੀਗਾ। ਸੋ ਇੱਦਾਂ ਦੀਆਂ ਜਿਹੜੀਆਂ ਹੋਰ ਅਚੀਵਮੈਂਟਸ ਨੇ ਉਹ ਦਰਸ਼ਕਾਂ ਨਾਲ ਸਾਂਝੀਆਂ ਕਰੋ ਵੀ ਹੁਣ ਤੱਕ ਕੀ ਪ੍ਰਾਪਤੀਆਂ ਰਹੀਆਂ ਨੇ। ਸੋ ਜਦੋਂ DSP ਧੂਰੀ ਦਾ ਮੇਰਾ ਟੈਨਿਓਰ ਚੱਲ ਰਿਹਾ ਸੀਗਾ ਜੀ, ਉਹਦੇ ਵਿੱਚ ਇੱਕ ਸਾਡੇ ਕੋਲ ਕੇਸ ਆਇਆ ਜਿਹਦੇ ਵਿੱਚ ਸੀਗਾ ਕਿ ਇੱਕ ਫਾਈਨੈਂਸ਼ੀਅਲ ਫਰਾਡ ਹੋਇਆ ਸੀ, ਬੰਦੇ ਨਾਲ ਸਾਈਬਰ ਫਰਾਡ ਸੀਗਾ।
ਠੀਕ ਹੈ। ਆਨਲਾਈਨ ਜਿਸ ਤਰ੍ਹਾਂ ਤੁਸੀਂ ਦੇਖਦੇ ਹੋਗੇ ਆਪਾਂ ਨੂੰ ਕਾਲਸ ਅਕਸਰ ਅੱਜ ਕੱਲ੍ਹ ਰਿਸੀਵ ਹੁੰਦੀਆਂ ਰਹਿੰਦੀਆਂ ਨੇ ਬਿਲਕੁਲ ਵੀ ਜੀ। ਤੁਹਾਡਾ ਇਹ ਲੋਟਰੀ ਲੱਗ ਗਈ ਹੈ ਜੀ, ਜਾਂ ਫਿਰ ਤੁਹਾਡਾ ਇਹ ਕੋਈ ਖਾਤਾ ਐਕਸਪਾਇਰ ਹੋ ਜਾਊਗਾ, ਜਾਂ ਫਿਰ ਤੁਹਾਡਾ ਮਤਲਬ ਅਲੱਗ-ਅਲੱਗ ਤਰੀਕੇ ਦੇ ਨਾਲ ਤੁਹਾਡਾ ਪਾਰਸਲ ਆਇਆ ਜੀ ਬਾਹਰੋਂ ਤਾਂ ਉਹਦਾ ਕਰੋ। ਉਸ ਤਰੀਕੇ ਦੇ ਨਾਲ ਧੂਰੀ ਇੱਕ ਕੇਸ ਆਇਆ ਜਿਹੜਾ ਮੇਰੇ ਕੋਲੇ, ਉਹਦੇ 'ਚ ਸੀਗਾ ਕਿ ਤੁਹਾਡੀ ਇੰਸ਼ੋਰੈਂਸ ਪਾਲਿਸੀਜ਼ ਸੀਗੀਆਂ ਜਿਹੜੀਆਂ, ਉਹ ਇੰਸ਼ੋਰੈਂਸ ਪਾਲਿਸੀਜ਼ ਤੁਸੀਂ ਕਈ ਟਾਈਮ ਤੋਂ ਭਰੀਆਂ ਨਹੀਂ ਹੈਗੀਆਂ। ਠੀਕ ਹੈ। ਤੇਰਾ ਮਤਲਬ ਉਹਦੇ ਵਿੱਚ ਇਸ ਕਰਕੇ ਤੁਹਾਡੇ ਪੈਸੇ ਬਟ ਰਿਫੰਡ ਨਹੀਂ ਹੁੰਦੇ ਉਹ। ਠੀਕ ਹੈ। ਤਾਂ ਉਹ ਲਾਲਚ ਦਿਖਾਉਂਦੇ ਨੇ, ਤਾਂ ਉਹ ਦਿਖਾ ਕੇ ਜੇ ਅਸੀਂ ਫਲਾਣੀ ਜਿਹੜੀ ਹੈਗੀ ਆ ਅਸੀਂ ਇਨਕਮ ਟੈਕਸ ਤੋਂ ਬੋਲ ਰਹੇ ਹਾਂ, ਅਸੀਂ ਇੰਸ਼ੋਰੈਂਸ ਕੰਪਨੀ ਤੋਂ ਬੋਲ ਰਹੇ ਹਾਂ, ਸੇਬੀ ਤੋਂ ਬੋਲ ਰਹੇ ਹਾਂ, ਅਲੱਗ ਤੋਂ ਬੋਲ ਰਹੇ ਹਾਂ, ਏਡਾ ਤੋਂ ਬੋਲ ਰਹੇ ਹਾਂ, ਜੋ ਆਪਣੀਆਂ ਰੈਗੂਲੇਟਰੀ ਅਥਾਰਟੀਜ਼ ਨੇ ਇੰਸ਼ੋਰੈਂਸ ਨੂੰ, ਕਿ ਉੱਥੋਂ ਬੋਲ ਰਹੇ ਹਾਂ ਕਿ ਤੁਹਾਡਾ ਜਿਹੜਾ ਹੈਗਾ ਜੀ ਪੈਸਾ ਵਾਪਸ ਆ ਜਾਊਗਾ, ਯੂ ਹੈਵ ਟੂ ਪੇ ਇੰਨੀ ਅਮਾਊਂਟ ਤੁਸੀਂ ਪੇ ਕਰ ਦਿਓ ਥੋੜ੍ਹੀ ਜਿਹੀ, ਕੋਈ ਹਜੇ 20,000 ਰੁਪਇਆ ਪੇ ਕਰ ਦਿਓ ਤਾਂ ਤੁਹਾਡਾ 13 ਲੱਖ ਰੁਪਇਆ ਵਾਪਸ ਆ ਜਾਊਗਾ। ਠੀਕ ਹੈ ਜੀ। ਉਹ ਗੱਲਬਾਤ ਕਰਦੇ ਕਰਾਉਂਦੇ ਉਹ ਬੰਦੇ ਨੂੰ ਉਹਨਾਂ ਨੇ ਇਹੋ ਜਿਹਾ ਗੱਲਾਂ 'ਚ ਲਾਇਆ, ਉਹ ਤੋਂ 80 ਲੱਖ ਰੁਪਇਆ 13 ਲੱਖ ਦੀਆਂ ਪਾਲਿਸੀਜ਼ ਦਾ 80 ਲੱਖ ਰੁਪਇਆ ਪਵਾ ਗਏ ਉਹ। ਓਕੇ। ਹਾਂਜੀ, ਤਾਂ ਉਹ ਫਰਾਡ ਹੋ ਗਿਆ। ਤਾਂ ਉਸ ਫਰਾਡ ਦੇ ਉੱਤੇ ਅਸੀਂ ਕੰਮ ਕੀਤਾ ਸੀਗਾ। ਉਹ ਕੰਮ ਕਰਦੇ ਹੋਏ ਬੰਦੇ ਜੈਪੁਰ ਤੋਂ, ਰਾਜਸਥਾਨ ਦੇ ਵਿੱਚੋਂ, ਮੋਹਾਲੀ ਤੋਂ, ਬਿਹਾਰ ਤੋਂ, ਅਲੱਗ-ਅਲੱਗ ਥਾਵਾਂ ਤੋਂ ਉਸ ਕੇਸ 'ਚ ਅਰੈਸਟ ਕੀਤੇ। ਤੇ ਉਹਦੇ ਵਿੱਚ ਅਪਰੋਕਸੀਮੇਟਲੀ 40 ਤੋਂ 50 ਜਿਹੜੇ ਕੇਸਿਸ ਸੀਗੇ, ਮਤਲਬ 8-10 ਸਟੇਟਸ ਦੇ ਵਿੱਚ ਸੀਗੇ, ਉਹ ਸੋਲਵ ਹੋਏ ਸੀਗੇ ਜੀ। ਓਕੇ। ਉਹਦੇ ਸੰਬੰਧੀ ਮਲਟੀਪਲ FIRs ਲੌਂਚ ਹੋਈਆਂ। ਠੀਕ ਹੈ। ਤਾਂ ਫਿਰ ਉਸ ਚੀਜ਼ ਦੇ ਵਿੱਚ ਉਹ ਜਿਹੜਾ ਨੈਟਵਰਕ ਬਸਟ ਕੀਤਾ, ਉਹਦੇ ਵਿੱਚ ਅਸੀਂ ਤਕਰੀਬਨ ਉਹਨਾਂ ਦੀ 4-5 ਕਰੋੜ ਦੀ ਪ੍ਰਾਪਰਟੀ ਹੈ ਜਿਹੜੀ ਬੰਦਿਆਂ ਦੀ, ਉਹ ਫਰੀਜ਼ ਕੀਤੀ ਸੀਗੀ। ਤੇ ਉਹ ਫਿਰ ਜਿਹੜੇ ਜਿਨ੍ਹਾਂ ਦੇ ਨਾਲ ਵੀ ਫਰਾਡ ਹੋਇਆ ਸੀਗਾ ਉਹਨਾਂ ਨੂੰ ਸਾਰਿਆਂ ਨੂੰ ਉਸ ਤੋਂ ਬਾਅਦ ਉਹਦੇ ਵਿੱਚ ਉਹਨਾਂ ਨੇ ਆਪਣਾ ਵਿਡਰਾਅ ਕੀਤੀਆਂ ਤੇ ਉਹਨਾਂ ਦੇ ਪੈਸੇ ਵਾਪਸ ਗਏ ਲੋਕਾਂ ਤੱਕ। ਠੀਕ ਹੈ। ਤਾਂ ਉਸ ਸੰਬੰਧੀ ਫਿਰ ਜਿਹੜਾ ਹੈ ਮੈਨੂੰ DGP ਕਮੈਂਡੇਸ਼ਨ ਡਿਸਕ ਤੇ ਇਹਦੇ ਰਿਗਾਰਡਿੰਗ ਮਿਲੀ ਸੀਗੀ ਜੀ। ਠੀਕ ਹੈ। DGP ਸਾਹਿਬ ਵੱਲੋਂ। ਠੀਕ ਹੈ। ਇਹ ਪਹਿਲਾ ਸੀਗਾ ਕੇਸ। ਉਸ ਤੋਂ ਬਾਅਦ ਇਲੈਕਸ਼ਨ ਸੀਗੀਆਂ ਆਪਣਾ MP ਇਲੈਕਸ਼ਨਸ। ਠੀਕ ਹੈ। CM ਸਾਹਿਬ, ਕਰੰਟ CM ਸਾਹਿਬ ਉਦੋਂ ਸੰਗਰੂਰ ਤੋਂ ਜਿਹੜੀ ਪਾਰਲੀਮੈਂਟਰੀ ਕਨਸਟੀਚੁਐਂਸੀ ਦੀ ਇਲੈਕਸ਼ਨ ਜਿੱਤੇ ਸੀਗੇ। ਠੀਕ ਹੈ। ਤੇ ਉਹ ਇਲੈਕਸ਼ਨਸ ਜਦੋਂ ਕਨਕਲੂਡ ਹੋਈਆਂ ਸੀਗੀਆਂ ਜੀ ਮਈ ਦੇ ਵਿੱਚ ਹੀ, ਤਾਂ ਉਸ ਦੌਰਾਨ ਹੀ 25 ਮਈ ਨੂੰ ਜਿਹੜਾ ਹੈਗਾ ਸਾਡੇ ਕੋਲ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਕਿ ਇੱਕ 4.5 ਸਾਲ ਦੀ ਬੱਚੀ ਸੀਗੀ, ਉਹਦੇ ਨਾਲ ਅਲੈਜਡ ਟੂ ਬੀ ਕਿ ਰੇਪ ਦੀ ਘਟਨਾ ਸਾਹਮਣੇ ਆਈ ਸੀਗੀ ਵੀ ਸ਼ਾਇਦ ਇਹ ਚੀਜ਼ ਕਮਿਟ ਹੋਈ ਹੈ ਜੀ। ਤਾਂ ਅਸੀਂ ਉਹਦੇ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਮਤਲਬ 1.5-2 ਘੰਟਿਆਂ ਦੇ ਵਿੱਚ ਜਿਹੜਾ ਹੈਗਾ ਅਕਿਊਜ਼ਡ ਨੂੰ ਜਿਹੜਾ ਹੈਗਾ ਮਤਲਬ ਉਹ ਆਇਡੈਂਟੀਫਾਈ ਕਰਕੇ ਤੇ ਉਹਨੂੰ ਅਸੀਂ ਰਾਉਂਡ ਅਪ ਕੀਤਾ ਸੀਗਾ। ਠੀਕ ਹੈ। ਤੇ ਉਦੋਂ ਪੈਸ਼ਨਸ ਬੜੇ ਹਾਈ ਸੀਗੇ, ਸਾਰੇ ਧੂਰੀ ਦੇ ਵਿੱਚ ਧਰਨੇ ਸੀਗੇ, ਸੜਕਾਂ ਜਾਮ, ਸਾਰਾ ਕੁਝ ਉਹ ਚੱਲ ਰਿਹਾ ਸੀਗਾ। ਤਾਂ ਉਹ ਅਕਿਊਜ਼ਡ ਨੂੰ ਅਸੀਂ ਟਾਈਮਲੀ ਉਹਨੂੰ ਅਰੈਸਟ ਕਰਕੇ ਉਹਦੇ 'ਤੇ ਪੂਰਾ ਐਕਸ਼ਨ ਲੈਂਦੇ ਹੋਏ ਉਹਨੂੰ ਜਿਹੜਾ ਟਰਾਇਲ ਨੂੰ ਵੀ ਮਤਲਬ ਬੜਾ ਫਾਸਟ ਟਰੈਕ ਟਰਾਇਲ ਚੱਲਿਆ ਸੀਗਾ ਸੰਗਰੂਰ ਕੋਰਟ ਦੇ ਵਿੱਚ ਜੀ। ਤੇ ਅਸੀਂ ਜਿਹੜਾ 25 ਦਾ ਮੈਂ ਤੁਹਾਨੂੰ ਇਨਸੀਡੈਂਟ ਦੱਸ ਰਿਹਾ, 25-26 ਦਾ ਸ਼ਾਇਦ ਮਈ ਦਾ ਇਨਸੀਡੈਂਟ ਸੀਗਾ। ਤੇ 1 ਦਸੰਬਰ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਹੀ ਤਕਰੀਬਨ ਉਹਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਹੈਗੀ ਹੈ ਉਹ ਅਕਿਊਜ਼ ਨੂੰ ਹੋਈ ਸੀਗੀ। ਠੀਕ ਹੈ। ਸੋ ਉਹ ਬੜਾ ਜਿਹੜਾ ਹੈਗਾ ਕੇਸ ਸਟੱਡੀ ਦੀ ਤਰ੍ਹਾਂ ਉਹਨੇ ਕੇਸ ਨੇ ਕੰਮ ਕੀਤਾ ਵਧੀਆ। ਉਹਦੇ ਵਿੱਚ ਅਸੀਂ ਵੀ ਇਸ ਗੱਲੋਂ ਖੁਸ਼ ਸੀਗੇ ਕਿ ਬੱਚੀ ਨੂੰ ਇਨਸਾਫ ਦੇ ਪਾਏ ਅਸੀਂ। ਤੇ ਉਹ ਸਾਰਾ ਜਿਹੜਾ ਸੀਗਾ ਉਸ ਸੰਬੰਧ ਦੇ ਵਿੱਚ ਮੈਨੂੰ ਫਿਰ DGP ਸਾਹਿਬ ਵੱਲੋਂ ਕਮੈਂਡੇਸ਼ਨ ਡਿਸਕ ਮਿਲੀ ਸੀਗੀ ਕਿ ਉਸ ਚੀਜ਼ ਨੂੰ ਕੇਸ ਨੂੰ ਸਾਰਾ ਕਰਨ ਦੇ ਵਿੱਚ ਜੀ। ਠੀਕ ਹੈ ਜੀ। ਤਾਂ ਦੂਸਰੀ ਮੈਨੂੰ ਉਦੋਂ ਮਿਲੀ, ਉਹ ਧੂਰੀ ਦੇ ਟੈਨਿਓਰ ਦੇ ਵਿੱਚ ਹੀ ਮੈਨੂੰ ਦੋ ਮਿਲੀਆਂ 2 ਮਹੀਨਿਆਂ ਦੇ ਵਿੱਚ ਹੀ ਜਿਹੜਾ ਹੋਇਆ ਸੀਗਾ ਜੀ। ਜੀ ਜੀ। ਤੇ ਫਿਰ ਉਸ ਤੋਂ ਬਾਅਦ ਮੇਰਾ DSP D ਦਾ ਟੈਨਿਓਰ ਰਿਹਾ ਜੀ। ਠੀਕ ਹੈ। ਧੂਰੀ ਤੋਂ ਨੈਕਸਟ ਪੋਸਟਿੰਗ ਮੇਰੀ DSP D ਸੰਗਰੂਰ ਸੀ। ਓਕੇ। ਤਾਂ ਜਿਹਦੇ ਵਿੱਚ ਅਸੀਂ ਫਿਰ ਵੱਖ-ਵੱਖ ਕੇਸਿਸ ਜਿਹੜੇ ਹੈਗੇ ਨੇ ਉਹ ਦੇਖੇ। ਚਲੋ ਕਿਉਂਕਿ ਸਾਰੇ ਹੀਨੀਅਸ ਕ੍ਰਾਈਮ ਜਿਹੜਾ ਹੈਗਾ ਉਹ DSP D ਦੇ ਕੋਲ ਡਿਟੈਕਟਿਵ ਕੋਲ ਆਉਂਦਾ ਸਾਰਾ ਇਨਵੈਸਟੀਗੇਸ਼ਨ ਦਾ। ਠੀਕ ਹੈ। ਤਾਂ ਉਹ ਸਾਰਾ ਚੱਲਦਾ ਰਿਹਾ ਜੀ। ਉਸੇ ਦੌਰਾਨ ਹੀ ਮਾਰਚ 2020 ਦੇ ਵਿੱਚ ਕੋਵਿਡ ਦਾ ਔਨਸੈਟ ਹੋ ਜਾਂਦਾ ਹੈ। ਕੋਵਿਡ ਆ ਜਾਂਦਾ ਜੀ। ਤੋਂ ਮੈਨੂੰ ਉਦੋਂ ਜਿਹੜਾ SSP ਸਾਹਿਬ ਵੱਲੋਂ ਡਿਸਟ੍ਰਿਕਟ ਨੋਡਲ ਆਫਿਸਰ ਬਣਾਇਆ ਗਿਆ ਸੀਗਾ ਰਿਗਾਰਡਿੰਗ ਕੋਵਿਡ ਪੁਲਿਸ ਸਾਈਡ ਤੋਂ ਜੀ। ਤੋਂ ਉਸ ਦੇ ਵਿੱਚ ਫਿਰ ਬਹੁਤ ਕੰਮ ਕੀਤਾ ਅਸੀਂ। ਤਾਂ ਕੋਵਿਡ ਦਾ ਤੁਹਾਨੂੰ ਪਤਾ ਹੀ ਹੈ ਕਿ ਪੁਲਿਸ ਦਾ ਜਿਸ ਤਰ੍ਹਾਂ ਕੰਮ ਰਿਹਾ ਸਭ ਜਗ੍ਹਾ ਦੇ ਉੱਤੇ ਹੀ। ਬਿਲਕੁਲ। ਤਾਂ ਉਹਦੇ ਵਿੱਚ ਅਸੀਂ ਇੱਕ ਹੈਲਪਲਾਈਨ ਨੰਬਰ ਲਾਂਚ ਕੀਤਾ ਸੀਗਾ ਤੇ ਇੱਕ ਅਸੀਂ ਐਪ ਬਣਾਈ ਸੀਗੀ ਜਿਹਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਦੀਆਂ ਚੀਜ਼ਾਂ ਸੀਗੀਆਂ ਉਹ ਪੁਲਿਸ ਹੈਲਪ ਦੇ ਨਾਲ ਅਸੀਂ ਪ੍ਰੋਵਾਈਡ ਕਰਾ ਰਹੇ ਸੀ। ਹੁੰਦੀਆਂ ਸੀ ਘਰੇ, ਚਾਹੇ ਉਹ ਰਾਸ਼ਨ ਸੀਗਾ ਤੇ ਚਾਹੇ ਸਿਲੰਡਰ ਸੀਗੇ ਤੇ ਚਾਹੇ ਉਹ ਸੈਨੀਟਰੀ ਦਾ ਵਰਕ, ਚਾਹੇ ਉਹ ਪਲੰਬਰ ਦੀ, ਉਹ ਇਲੈਕਟ੍ਰਿਸਿਟੀ ਦਾ, ਇਹੋ ਜਿਹੀਆਂ ਸਾਰੀਆਂ ਉਹ 5-6 ਸਰਵਿਸਿਜ਼ ਦਾ ਅਸੀਂ ਇੱਕ ਐਪ ਬਣਾ ਕੇ ਉਹਦੇ ਥਰੂ ਪ੍ਰੋਵਾਈਡ ਕਰਾਇਆ। ਤਾਂ ਉਹਦੇ 'ਤੇ ਕਾਫੀ ਕੰਮ ਹੋਇਆ। ਤਾਂ ਫਿਰ DGP ਸਾਹਿਬ ਵੱਲੋਂ ਉਸ ਟਾਈਮ ਐਗਜ਼ੈਂਪਲਰੀ ਸੇਵਾ ਟੂ ਸੁਸਾਇਟੀ DGP ਸਾਹਿਬ ਵੱਲੋਂ ਕਮੈਂਡੇਸ਼ਨ ਡਿਸਕ ਉਹ ਚੀਜ਼ ਜਿਹੜੀ ਹੈਗੀ ਹੈ ਉਹ ਉਹਨਾਂ ਨੇ ਆਨਰ ਕੀਤਾ ਉਸ ਦੇ ਨਾਲ ਜੀ। ਠੀਕ ਹੈ। ਤਾਂ ਉਹਦੇ ਨਾਲ ਹੋਇਆ। ਤਾਂ ਫਿਰ ਉਸ ਤੋਂ ਬਾਅਦ ਇਹ DSP D ਦਾ ਟੈਨਿਓਰ ਤੋਂ ਬਾਅਦ ਮੇਰਾ DSP ਦੜਬਾ ਦਾ ਟੈਨਿਓਰ ਸੀਗਾ। ਠੀਕ ਹੈ। DSP ਦੜਬਾ ਦੇ ਬਤੌਰ ਮੈਂ ਉੱਥੇ ਵੀ ਸਾਲ ਦੀ ਤਰ੍ਹਾਂ ਕੰਮ ਕੀਤਾ। ਉਸ ਟਾਈਮ ਕਿਸਾਨ ਯੂਨੀਅਨ ਜਿਹੜਾ ਦਿੱਲੀ ਦਾ ਫਾਰਮਰ ਪ੍ਰੋਟੈਸਟ ਹੋਇਆ ਸੀਗਾ, ਠੀਕ ਹੈ, ਉਹ ਸਾਰਾ ਸਾਡੇ ਇੱਥੋਂ ਏਰੀਆ ਦੇ ਵਿੱਚੋਂ ਬਹੁਤ ਕਿਸਾਨ ਗਏ ਸੀ ਕਿਉਂਕਿ ਹੱਬ ਹੈ ਸਾਰਾ ਯੂਨੀਅਨਸ ਦਾ ਜੀ। ਬਿਲਕੁਲ। ਫਿਰ ਮੇਰੀ ਇਸ ਤੋਂ ਬਾਅਦ ਨੈਕਸਟ ਪੋਸਟਿੰਗ ਜਿਹੜੀ ਹੈਗੀ ਹੈ ਜੀ ਉਹ 1.5 ਮਹੀਨਾ ਮਲੇਰਕੋਟਲੇ DSP ਹੈੱਡਕੁਆਟਰ ਤੇ DSP ਅਮਰਗੜ੍ਹ ਲੱਗਣ ਤੋਂ ਬਾਅਦ ਫਿਰ ਮੇਰੀ ਪੋਸਟਿੰਗ ਹੋਈ ਸੀਗੀ DSP D ਪਟਿਆਲਾ।
ਠੀਕ ਹੈ। ਹਾਂਜੀ, ਉਹ DSP ਡੀ ਪਟਿਆਲਾ ਦੀ ਜਿਹੜੀ ਪੋਸਟਿੰਗ ਸੀਗੀ ਹੈ ਉਹ ਛੋਟਾ ਟੈਨਿਓਰ ਸੀਗਾ, ਬਟ ਉਹਦੇ ਵਿੱਚ ਇੱਕ ਬੜਾ ਹੀ ਇੰਪੋਰਟੈਂਟ ਕੇਸ ਹੈ ਜਿਹੜਾ ਪੰਜਾਬ ਪੁਲਿਸ ਨੂੰ ਰਿਲੇਟਡ, ਉਹ ਅਸੀਂ ਕੀਤਾ ਸੀਗਾ। ਉਹ ਸੀਗਾ ਪੰਜਾਬ ਸਬ ਇੰਸਪੈਕਟਰ ਰਿਕਰੂਟਮੈਂਟ ਜਿਹੜਾ ਆਪਣਾ ਸਕੈਮ ਹੋ ਗਿਆ ਸੀਗਾ। ਠੀਕ ਹੈ। ਇਲੈਕਸ਼ਨ ਪਿਛਲੀ ਸਰਕਾਰ ਜਾਣ ਤੋਂ ਪਹਿਲਾਂ ਜਿਹੜਾ ਸੀਗਾ ਜੀ ਆਪਣਾ 2021 ਦੇ ਵਿੱਚ, ਉਸ ਕੇਸ ਦੇ ਵਿੱਚ ਜਿਹੜੀ ਹੈਗੀ ਅਸੀਂ ਇਨਵੈਸਟੀਗੇਸ਼ਨ ਕੀਤੀ। ਉਹਦੇ ਵਿੱਚ ਆਨਲਾਈਨ ਹੈਕਿੰਗ ਮੋਡਿਊਲ ਅਸੀਂ ਬਸਟ ਕੀਤਾ, ਅਤੇ ਉਹ ਆਨਲਾਈਨ ਹੈਕਿੰਗ ਮੋਡਿਊਲ ਸੀਗਾ ਜਿਹੜਾ ਸੈਂਟਰ ਦੇ ਵਿੱਚ ਬੈਠੇ ਹੀ ਜਿਹੜਾ ਕੰਪਿਊਟਰ ਸਿਸਟਮ ਨੂੰ ਹੈਕ ਕਰਕੇ ਉੱਥੇ ਜਿਹੜੀ ਨਕਲ ਮਰਵਾਈ ਗਈ, ਬੇਸਿਕਲੀ ਉਹ ਸਿੱਧਾ ਆਟੋਮੈਟਿਕਲੀ ਆਨਸਰ ਫਿਲ ਹੋਏ। ਤਾਂ ਉਹ ਜਿਹੜਾ ਮੋਡਿਊਲ ਸੀਗਾ ਉਹਨੂੰ ਹੈਕ ਕੀਤਾ, ਸੋਲਵ ਕੀਤਾ ਸੀਗਾ ਜੀ। ਠੀਕ ਹੈ ਜੀ। ਤਾਂ ਉਹਦੇ ਬੇਸਿਸ ਦੇ ਉੱਤੇ ਫਿਰ ਜਿਹੜਾ ਹੈਗਾ ਮਤਲਬ ਹੋਰ ਵੀ ਜਿਹੜਾ ਕੰਮ ਹੋਇਆ, ਅਲਟੀਮੇਟਲੀ ਜਿਹੜਾ ਸੀਗਾ ਇਹ ਐਗਜ਼ਾਮ ਹੈ ਜਿਹੜਾ ਉਹ ਰੱਦ ਕਰਕੇ ਦੁਬਾਰਾ ਕੰਡਕਟ ਕਰਵਾਇਆ ਗਿਆ ਜੀ। ਹਾਂਜੀ, ਤਾਂ ਉਸ ਸੰਬੰਧੀ ਜਿਹੜੀ ਹੈਗੀ ਹੈ ਉਹ DGP ਸਾਹਿਬ ਵੱਲੋਂ ਕਮੈਂਡੇਸ਼ਨ ਡਿਸਕ ਜਿਹੜੀ ਹੈਗੀ ਹੈ ਉਹਦੇ 'ਚ ਅਵਾਰਡ ਕੀਤੀ ਗਈ ਸੀਗੀ ਜੀ। ਠੀਕ ਹੈ। ਤੁਹਾਡਾ ਐਜ਼ ਅ ਸਟੂਡੈਂਟ, ਜੀ, ਐਜ਼ ਪੁਲਿਸ ਆਫੀਸਰ, ਹੁਣ ਤਾਂ ਤੁਹਾਡੀ ਇੱਕ ਪੋਸਟਿੰਗ ਕਿੰਨੀ ਜਗ੍ਹਾ ਰਹੀ, ਕੋਈ ਯਾਦਗਾਰੀ ਘਟਨਾ ਦੱਸੋ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ ਜਿਹੜੀ ਹੁਣ ਤੱਕ ਕੋਈ ਦਿਲ 'ਚ ਪਈ ਹੋਵੇ। ਜੀ, ਵੈਸੇ ਤਾਂ ਜੀ ਮਤਲਬ ਇੰਨੇ ਐਕਸਪੀਰੀਅੰਸਿਸ ਹੋ ਜਾਂਦੇ ਨੇ ਕਿ ਉਹਨੂੰ ਕਿਸੇ ਨੂੰ ਵੀ ਚੁਣਨਾ ਬੜਾ ਮੁਸ਼ਕਿਲ ਹੁੰਦਾ ਬਿਲਕੁਲ। ਤੇ ਬਟ ਇਹ ਹੈ ਜੀ ਕਿ ਜਦੋਂ ਮੈਂ ਬਤੌਰ SHO ਕੰਮ ਕਰ ਰਿਹਾ ਸੀਗਾ ਅੰਡਰ ਟ੍ਰੇਨਿੰਗ, ਉਹ ਡਰੱਗਸ ਦੇ ਨਾਲ ਵੀ ਰਿਲੇਟਡ ਹੈ ਇਹ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਜਾ ਰਿਹਾ। ਜੀ ਜੀ ਜੀ। ਸੋ ਮੇਰਾ ਇੱਕ ਕਲਾਸਮੇਟ ਸੀਗਾ, ਮੇਰਾ ਬੈਚਮੇਟ ਸੀਗਾ, ਅਤੇ ਸਾਨੂੰ ਇੱਕ ਵਾਰੀ ਇਨਫੋਰਮੇਸ਼ਨ ਆਈ ਬਤੌਰ SHO ਅੰਡਰ ਟ੍ਰੇਨਿੰਗ ਕਿ ਇੱਥੇ ਇੱਕ ਡਰੱਗ ਡੀ ਐਡਿਕਸ਼ਨ ਸੈਂਟਰ ਹੈ, ਕਿ ਉਹਦੇ ਵਿੱਚ ਪ੍ਰੋਪਰ ਕੰਮ ਨਹੀਂ ਹੋ ਰਿਹਾ, ਉਹਦੇ ਵਿੱਚ ਸ਼ਾਇਦ ਨਸ਼ਾ ਜਾਂ ਕੁਛ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਦਿੱਤੀਆਂ ਵੀ ਜਾ ਰਹੀਆਂ ਨੇ। ਠੀਕ ਹੈ। ਬਿਗੋਟੋ ਨੂੰ। ਤਾਂ ਅਸੀਂ ਉਹ ਨਸ਼ਾ ਛੁਡਾਊ ਕੇਂਦਰ ਦੇ ਉੱਤੇ ਰੇਡ ਕੀਤੀ। ਟੂ ਮਾਈ ਸਰਪ੍ਰਾਈਜ਼ ਰੇਡ ਕਰਕੇ ਜਦੋਂ ਅਸੀਂ ਉਸ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਮੈਂ ਸਾਰਾ ਚੈੱਕ ਕਰ ਰਿਹਾ ਸੀਗਾ, ਤਾਂ ਮੇਰਾ ਦੋਸਤ ਜਿਹੜਾ ਮੇਰਾ ਸੀਗਾ, ਅਤੇ ਉਹ ਉੱਥੇ ਇੱਕ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਹੀ ਵਾਜ਼ ਐਡਮਿਟਡ। ਓਕੇ। ਸੋ ਦੈਟ ਵਾਜ਼ ਸ਼ੌਕਿੰਗ ਫॉर ਮੀ, ਕਿਉਂਕਿ ਉਹ ਮੇਰੇ ਨਾਲ ਇੰਜੀਨੀਅਰਿੰਗ ਕੀਤੀ ਸੀ ਉਹਨੇ। ਠੀਕ ਹੈ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਉਹ ਵੀ ਆਪਣਾ ਕਰੀਅਰ ਬਣਾ ਰਿਹਾ ਸੀਗਾ, ਤਿਆਰੀ ਕਰ ਰਿਹਾ ਸੀਗਾ, ਅਤੇ ਸਪੋਰਟਸ ਦੇ ਵਿੱਚ ਵੀ ਸੀਗਾ, ਅਤੇ ਉਹ ਚਾਹੁੰਦਾ ਵੀ ਸੀਗਾ ਸਿਵਲ ਸਰਵਿਸਿਜ਼ ਵੱਲ ਆਉਣਾ। ਠੀਕ ਹੈ। ਬਟ ਆਈ ਵਾਜ਼ ਅਮੇਜ਼ਡ ਕਿ ਵੀ ਉਹ ਕਿੱਥੇ ਹੈਗਾ। ਬਿਲਕੁਲ ਜੀ। ਤੋ ਉਹਨੂੰ ਉੱਥੋਂ ਫਿਰ ਅਸੀਂ ਕੱਢਣ ਦੀ, ਉਹਦੇ ਪਰਿਵਾਰ ਦੇ ਨਾਲ ਵੀ ਨਸ਼ੇ 'ਚੋਂ ਕੱਢਣ ਦੀ ਵੀ ਯਤਨ ਕੀਤੇ, ਅਤੇ ਚੱਲ ਵੀ ਰਹੇ ਨੇ। ਸੋ ਮਤਲਬ ਉਹ ਇੱਕ ਬੜਾ ਸ਼ੌਕਿੰਗ ਮੇਰਾ ਲਾਈਫ ਚੇਂਜਿੰਗ ਇੰਸੀਡੈਂਟ ਸੀਗਾ, ਕਹਿ ਲਓ ਵੀ ਮਾਈਂਡ ਦੇ ਵਿੱਚ। ਤਾਂ ਉਹ ਮਤਲਬ ਮੈਂ ਇਹ ਦੇਖ ਰਿਹਾ ਸੀਗਾ ਉਸ ਚੀਜ਼ ਨੂੰ ਵੀ ਤੁਸੀਂ ਅੱਜ ਜੇ ਬੈਠ ਕੇ ਦੇਖੋ, ਮਤਲਬ ਉਹਦਾ ਐਨਾਲਿਸਿਸ ਕਰੋ ਇਸ ਚੀਜ਼ ਨੂੰ, ਤਾਂ ਲੋਕਾਂ ਨੂੰ ਵੀ ਮੇਰੇ ਇਸ ਇੰਸੀਡੈਂਟ ਵੱਲੋਂ ਇਹ ਹੈ ਕਿ ਤੁਸੀਂ ਕਿੱਥੇ ਤੱਕ ਮਤਲਬ ਇੱਕ ਤਾਂ ਇਹ ਹੁੰਦਾ ਕਿ ਬੱਚਾ ਬੜੀ ਯੰਗ ਏਜ ਦੇ ਵਿੱਚ ਲੱਗ ਗਿਆ ਜੀ, ਉਹ ਹੋ ਗਿਆ। ਇੱਕ ਬੰਦਾ ਇੰਜੀਨੀਅਰਿੰਗ ਕਰਨ ਤੋਂ ਬਾਅਦ ਕਿਹੜੇ ਰਸਤੇ ਨੂੰ ਤੁਰਿਆ, ਕਿੱਧਰ ਨੂੰ ਚਲਾ ਗਿਆ। ਮਤਲਬ ਮੈਂ ਆਪਣੇ ਕੋਈ ਇਹਨੂੰ ਆਏ ਨਹੀਂ ਕਿਸੇ ਚੀਜ਼ ਨੂੰ ਗਲੋਰੀਫਾਈ ਨਹੀਂ ਕਰ ਰਿਹਾ, ਉਹ ਨਹੀਂ ਕਰ ਰਿਹਾ ਹੈਗਾ, ਬਟ ਮੈਂ ਉਸ ਚੀਜ਼ ਨੂੰ ਜੇ ਤੁਸੀਂ ਦੇਖੋ ਤਾਂ ਸਲਾਖਾਂ ਸੀਗੀਆਂ ਜਿਹੜੇ ਨਸ਼ੇ ਛੁਡਾਊ ਕੇਂਦਰ ਹੁੰਦੇ ਨੇ, ਕਿਉਂਕਿ ਜਿਹੜੇ ਡਰੱਗ ਐਡਿਕਟਸ ਹੁੰਦੇ ਨੇ ਉਹ ਬੜੇ ਅਗਰੈਸਿਵ ਵੀ ਹੋ ਜਾਂਦੇ ਨੇ। ਤਾਂ ਉੱਥੇ ਉਹਨਾਂ ਨੇ ਲੋਹੇ ਦੀਆਂ ਸਲਾਖਾਂ ਦੇ ਕਈ ਦਰਵਾਜ਼ੇ ਲਾਏ ਹੁੰਦੇ ਨੇ। ਤਾਂ ਮੈਂ ਇਹ ਦੇਖ ਰਿਹਾ ਸੀਗਾ ਕਿ ਅਸੀਂ ਮਤਲਬ ਇੰਜੀਨੀਅਰਿੰਗ ਸ਼ੁਰੂ ਕੀਤੀ, ਇਕੱਠਿਆਂ ਨੇ ਕਰਨ ਦੀ ਜਾ ਰਹੇ ਸੀਗੇ। ਇੱਧਰਲੇ ਪਾਸੇ ਖੜਾ ਮੈਂ, ਅਤੇ ਮੇਰਾ ਹੀ ਸਾਥੀ ਦੂਜੇ ਪਾਸੇ ਖੜਾ। ਬਿਲਕੁਲ। ਠੀਕ ਹੈ ਜੀ। ਤਾਂ ਬੇਸਿਕਲੀ ਉਹ ਕਿਸੇ ਸੰਗਤ ਦੇ ਵਿੱਚ ਸ਼ਿਕਾਰ ਹੋ ਕੇ, ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਉੱਥੇ ਪਹੁੰਚ ਗਿਆ। ਉਹਦੀਆਂ ਚੋਇਸਿਸ ਜਿਹੜੀਆਂ ਵੀ ਉਸ ਕਰਕੇ ਉਹ ਬਣ ਗਈਆਂ, ਅਤੇ ਉਹ ਨਸ਼ੇ ਦਾ ਆਦੀ ਹੋ ਗਿਆ, ਅਤੇ ਉਹ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਸੀਗਾ ਜੀ। ਸੋ ਇਸ ਚੀਜ਼ ਦੇ ਵਿੱਚ ਮਤਲਬ ਇਹਨੂੰ ਬੜਾ ਦੇਖਣ ਦੀ ਲੋੜ ਹੈਗੀ ਹੈ ਕਿ ਕਈ ਵਾਰ ਇਹ ਹੁੰਦਾ ਵੀ ਜੇ ਤੁਸੀਂ ਗ੍ਰੈਜੂਏਟ ਕਰ ਗਏ ਹੋ, ਗ੍ਰੈਜੂਏਸ਼ਨ ਕਰ ਗਏ ਹੋ, ਉਸ ਤੋਂ ਬਾਅਦ ਤਾਂ ਚੀਜ਼ਾਂ ਦਾ ਫਰਕ ਪੈ ਜਾਂਦਾ, ਬੰਦਾ ਉਹ ਹੋ ਜਾਂਦਾ। ਬਟ ਉਦੋਂ ਵੀ ਯੂ ਆਰ ਪ੍ਰੋਨ, ਪਤਾ ਨਹੀਂ ਕਦੋਂ ਸੰਗਤ ਤੁਹਾਨੂੰ ਕਿੱਥੇ ਲੈ ਜਾਵੇ। ਜੇ ਉਹ ਤਿਆਰੀ ਕਰਨ ਲੱਗਿਆ ਸੀਗਾ, ਜੇ ਸਿਵਲ ਸਰਵਿਸ ਦੀ ਤਿਆਰੀ ਕਰਕੇ ਉਹ ਮੇਰੇ ਵਾਲੀ ਜਗ੍ਹਾ 'ਤੇ ਵੀ ਹੋ ਸਕਦਾ ਸੀਗਾ। ਬਿਲਕੁਲ ਜੀ। ਠੀਕ ਹੈ ਜੀ। ਅਤੇ ਪਰ ਉਹ ਕਿੱਥੇ ਪਹੁੰਚ ਗਏ। ਬਿਲਕੁਲ। ਸੋ ਉਹ ਇੱਕ ਬੜਾ ਜਿਹੜਾ ਹੈਗਾ ਇੰਸੀਡੈਂਟ ਉਹ ਹੈਗਾ ਮੇਰੇ ਮਾਈਂਡ ਦੇ ਵਿੱਚ ਰਹਿੰਦਾ ਜੀ। ਭਵਾਨੀਗੜ੍ਹ ਤੁਹਾਡੀ ਪੋਸਟਿੰਗ ਨੂੰ ਲਗਭਗ 1 ਸਾਲ ਜਿਹੜਾ ਹੈਗਾ ਉਹ ਹੋਣੇ ਵਾਲਾ ਹੈ। ਸੋ ਭਵਾਨੀਗੜ੍ਹ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ, ਕਿਉਂਕਿ CM ਸਾਹਿਬ ਦਾ ਡਿਸਟ੍ਰਿਕਟ ਹੈ, ਉਹਦੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਕੀ ਐਫਰਟਸ ਨੇ? ਸਾਡੇ ਜੀ SSP ਸਾਹਿਬ ਦੀ ਡਾਇਰੈਕਸ਼ਨਸ ਦੇ ਅੰਡਰ ਤਾਂ ਸਾਡਾ ਲਗਾਤਾਰ ਜਿਹੜਾ ਹੈਗਾ ਐਫਰਟਸ ਰਹਿੰਦੇ ਨੇ। ਹਰ ਚੀਜ਼ ਨੂੰ ਜਿੰਨਾ ਜਲਦੀ ਹੋਵੇ ਅਸੀਂ ਓਬਵੀਅਸਲੀ ਰਿਜ਼ੋਲਵ ਕਰਦੇ ਹਾਂ, ਕਿਉਂਕਿ ਉਰੇ CM ਸਾਹਿਬ ਦਾ ਸੰਗਰੂਰ ਤੋਂ ਹੋਣ ਕਰਕੇ ਧਰਨੇ ਵਗੈਰਾ ਦਾ ਜਿੰਨਾ ਵੀ ਹੈਗਾ ਉਹ ਵੀ ਜ਼ਿਆਦਾਤਰ ਲੱਗਦੇ ਨੇ, ਬਿਕੋਜ਼ ਉਰੇ ਆ ਕੇ ਜਿਹੜਾ ਹੈਗਾ ਸਟੇਟ ਵਾਈਡ ਜਿਹੜਾ ਹੈਗਾ ਉਰੇ ਆਪਣੀ ਲੋਕ ਆਪਣੀ ਆਵਾਜ਼ ਜਿਹੜੀ ਹੈਗੀ ਹੈ ਡੈਮੋਕ੍ਰੈਟਿਕ ਰਾਈਟ ਨੂੰ ਐਕਸਪ੍ਰੈਸ ਕਰਦੇ ਨੇ, ਜਿਵੇਂ ਵੀ ਹੈ। ਠੀਕ ਹੈ। ਤਾਂ ਉਹਦੇ ਬੇਸਿਸ ਦੇ ਉੱਤੇ ਜੀ ਸਾਡਾ ਇਹ ਹੈ ਕਿ ਜਿਹੜੀ ਵੀ ਚੀਜ਼ ਕੋਈ ਇਸ਼ੂ ਕਰੋਪ ਅਪ ਹੋ ਜਾਂਦਾ ਹੈ, ਉਹਨੂੰ ਬੜਾ ਐਕਟਿਵਲੀ ਅਸੀਂ ਜਾ ਕੇ ਆਪ ਸਮਝ ਕੇ ਅਤੇ ਉਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰੀਦੀ ਹੈ, ਤਾਂ ਜੋ ਚੀਜ਼ਾਂ ਐਸਕੇਲੇਟ ਨਾ ਹੋ ਪਾਉਣ ਜੀ। ਕੋਈ ਇਹੋ ਜਿਹਾ ਇਸ਼ੂ ਤਾਂ ਹੁੰਦਾ ਨਹੀਂ ਹੈ ਜਿਹੜਾ ਨਾ ਰਿਜ਼ੋਲਵ ਹੋਵੇ। ਠੀਕ ਹੈ ਜੀ। ਉਹ ਸਿਰਫ ਇਹੀ ਹੁੰਦਾ ਕਿ ਤੁਹਾਡਾ ਐਫਰਟ ਜ਼ਿਆਦਾ ਲੱਗ ਜਾਂਦਾ ਹੈ ਜਾਂ ਕਿਸੇ 'ਚ ਘੱਟ ਲੱਗਦਾ ਹੈ, ਤਾਂ ਉਹ ਤੁਸੀਂ ਇੰਗੇਜ ਕਰਕੇ ਗੱਲਬਾਤ ਕਰਕੇ ਹੀ ਚੀਜ਼ਾਂ ਨੂੰ ਰਿਜ਼ੋਲਵ ਕਰ ਰਹੇ ਹੁੰਦੇ ਹੋ। ਠੀਕ ਹੈ। ਲਾਅ ਐਂਡ ਆਰਡਰ ਦੇ ਇਸ਼ੂਜ਼ ਤਾਂ ਮੇਨਲੀ ਇਹੀ ਹੁੰਦੇ ਨੇ ਵੀ ਜਿਸ ਦਾ ਵੀ ਕੋਈ ਗ੍ਰੀਵੈਂਸ ਹੈ ਉਹਨੂੰ ਸਮਝੋ, ਉਹਨੂੰ ਸਮਝ ਕੇ ਉਹਨੂੰ ਰਿਡਰੈਸ ਐਜ਼ ਸੂਨ ਐਜ਼ ਪੋਸੀਬਲ ਕਰੋ, ਐਂਡ ਅਤੇ ਜਿਹੜੀ ਕੰਸਰਨਡ ਪਾਰਟੀ ਹੈ ਉਹਨਾਂ ਨੂੰ ਤੁਸੀਂ ਉਸ ਚੀਜ਼ ਬਾਰੇ ਜਾਣੂ ਕਰਾਓ, ਉਹਨਾਂ ਨੂੰ ਫੇਥ ਚਲਾਓ।
ਠੀਕ ਹੈ। ਤਾਂ ਉਸ ਤਰੀਕੇ ਨਾਲ ਰਹਿੰਦਾ ਜੀ। ਸੋ ਨਸ਼ੇ ਵਾਲੀ ਗੱਲ ਤੁਸੀਂ ਕੀਤੀ ਹੈ ਵੀ ਨਸ਼ੇ ਲਈ ਤੁਹਾਡੇ ਜਿਹੜੇ ਐਫਰਟਸ ਨੇ ਉਹ ਤੁਸੀਂ ਕਾਫੀ ਮੈਂ ਸੁਣਿਆ ਵੀ ਕਰਦੇ ਰਹਿੰਦੇ ਹੋ। ਸੋ ਦਰਸ਼ਕਾਂ ਨਾਲ ਵੀ ਸਾਂਝੇ ਕਰੋ ਵੀ ਨਸ਼ੇ ਨੂੰ ਖਤਮ ਕਰਨ ਲਈ ਉਰੇ ਭਵਾਨੀਗੜ੍ਹ ਦੇ ਵਿੱਚ ਕੀ ਤੁਹਾਡੇ ਜਿਹੜੇ ਐਫਰਟਸ ਨੇ ਪੁਲਿਸ ਵੱਲੋਂ ਤੇ ਨਾਲ ਸਮਗਲਰਾਂ ਬਾਰੇ ਵੀ ਦੱਸੋ ਵੀ ਕਿੰਨੇ ਕੁ ਵੀ ਫੜੇ ਕਿੰਨੇ ਕੁ ਨੇ। ਤੇ ਮੈਂ ਜਿਹੜਾ ਸਾਡਾ ਹੁਣ ਉੱਥੋਂ 7-8 ਮਹੀਨੇ ਦਾ 8-10 ਮਹੀਨੇ ਦਾ ਟੈਨਿਓਰ ਹੋ ਗਿਆ ਮੇਰਾ ਭਵਾਨੀਗੜ੍ਹ ਦੇ ਵਿੱਚ। ਉਸ ਟੈਨਿਓਰ ਦੇ ਦੌਰਾਨ ਅਸੀਂ 60+ ਜਿਹੜੇ ਹੈਗੇ ਨੇ ਡਰੱਗ ਸਮਗਲਰ ਫੜੇ ਨੇ ਜੀ। ਠੀਕ ਹੈ। 60+ ਡਰੱਗ ਸਮਗਲਰ ਇੱਥੋਂ ਅਰੈਸਟ ਹੋਏ ਨੇ। ਠੀਕ ਹੈ। ਤੇ 30+ FIRs ਅਸੀਂ ਉਹਨਾਂ ਦੇ ਉੱਤੇ ਲੌਂਚ ਕੀਤੀਆਂ ਨੇ। ਠੀਕ ਹੈ। ਠੀਕ ਹੈ ਜੀ। ਤੇ ਇਹਦੇ ਵਿੱਚ ਹੈਗਾ ਕਿ ਰਿਕਵਰੀਜ਼ ਕਮਰਸ਼ੀਅਲ FIRs ਵੀ ਹੋਈਆਂ ਨੇ। ਕਮਰਸ਼ੀਅਲ FIR ਇਹ ਹੋ ਜਾਂਦੀ ਹੈ ਬੇਸਿਕਲੀ ਜਿਹਦੇ ਵਿੱਚ 10 ਸਾਲ ਤੱਕ ਦੀ ਸਜ਼ਾ ਹੁੰਦੀ ਹੈ। ਠੀਕ ਹੈ। ਠੀਕ ਹੈ। ਬਾਕੀ ਰਿਕਵਰੀ ਡਿਪੈਂਡ ਕਰਦਾ ਹੁੰਦਾ ਕਿ ਡਰੱਗ ਕਿੰਨੀ ਕੁਆਂਟੀਟੀ ਦੇ ਵਿੱਚ ਫੜਿਆ ਗਿਆ, ਉਸ ਅਕੋਰਡਿੰਗਲੀ ਕਾਨੂੰਨ ਦੇ ਵਿੱਚ ਸਜ਼ਾਵਾਂ ਨੇ ਜੀ। ਠੀਕ ਹੈ। ਠੀਕ ਹੈ। ਉਹਦੇ ਬੇਸਿਸ ਦੇ ਉੱਤੇ ਅਸੀਂ ਜਿਹੜਾ ਹੈਗਾ ਟਾਈਮ ਟੂ ਟਾਈਮ ਆਪਣੀਆਂ ਜਿਹੜੀਆਂ ਹੈਗੀਆਂ ਨੇ ਰਿਕਵਰੀਜ਼ ਜਿਹੜਾ ਹੈਗਾ ਰੇਡ ਕਰਕੇ ਜਿੱਥੇ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਜਿਹੜਾ ਹੈਗਾ ਮੁਸਤੈਦੀ ਨਾਲ ਕਾਰਵਾਈ ਕਰਨ ਦੀ ਕੋਸ਼ਿਸ਼ 'ਚ ਰਹਿੰਦੇ ਹਾਂ। ਠੀਕ ਹੈ। ਤੇ ਇੱਕ ਤਾਂ ਇਹ ਰਿਹਾ ਜੀ ਠੀਕ ਹੈ। ਕਿ ਬੇਸਿਕਲੀ ਜਿਹੜਾ ਇਹ ਸਾਡਾ ਇਹ ਐਕਸ਼ਨ ਹੋ ਗਿਆ। ਠੀਕ ਹੈ। ਦੂਸਰਾ ਐਕਸ਼ਨ ਸਾਡਾ ਇਹ ਵੀ ਰਿਹਾ ਕਿ ਪ੍ਰੀਵੈਂਟਿਵ ਐਕਸ਼ਨ ਜਿਹੜੇ ਸਾਡੇ ਡਰੱਗ ਐਡਿਕਟਸ ਨੇ ਨਾ ਮਤਲਬ ਡਰੱਗ ਸਮਗਲਰਸ ਨੇ। ਠੀਕ ਹੈ। ਉਹ ਸਮਗਲਰਸ ਨੂੰ ਮਤਲਬ ਜਿਨ੍ਹਾਂ ਦੇ ਉੱਤੇ ਮਲਟੀਪਲ ਕੇਸਿਸ ਹੁੰਦੇ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜੇ ਹੈਗੇ ਨੇ ਕਲੰਦਰੇ ਪੇਸ਼ ਕੀਤੇ ਨੇ। ਬੇਸਿਕਲੀ ਉਹਨਾਂ ਨੂੰ ਬਾਉਂਡ ਡਾਊਨ ਕਰਵਾਇਆ ਹੈ SDM ਦੀ ਕੋਰਟ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੂੰ ਬੌਂਡ ਭਰਨਾ ਪੈਂਦਾ ਹੈ ਵੀ ਜੇ ਰਿਪੀਟ ਅਫੈਂਡ ਕੀਤਾ ਜਾਊਗਾ ਸਾਡੇ ਵੱਲੋਂ, ਦੁਬਾਰਾ ਕ੍ਰਾਈਮ ਕੀਤਾ ਗਿਆ ਇਹ ਚੀਜ਼ ਦਾ, ਤਾਂ ਉਹਨਾਂ ਦੀ ਜ਼ਮਾਨਤਾਂ ਜ਼ਬਤ ਹੁੰਦੀਆਂ ਨੇ। ਫਾਈਨੈਂਸ਼ੀਅਲ ਲਾਸ ਉਹਨਾਂ ਨੂੰ ਆਉਂਦਾ ਹੈ ਤਾਂ ਉਹ ਵੀ ਉਹਨਾਂ ਨੂੰ ਕਾਫੀ ਅਸੀਂ ਮਤਲਬ ਵੱਡੀ ਤਾਦਾਦ 'ਚ ਉਹ ਵੀ ਕਰਵਾ ਰਹੇ ਹਾਂ। ਰੈਗੂਲਰ ਹੈ ਸਾਡਾ ਵਿੱਚ ਰੋਗੀ। ਠੀਕ ਹੈ। ਜਿਹੜਾ ਮਤਲਬ ਨਸ਼ਾ ਸਮਗਲਰ ਬਾਹਰ ਹੈ ਤਾਂ ਉਹਨੂੰ ਬਾਉਂਡ ਡਾਊਨ ਕਰਵਾ ਦਿੰਦੇ ਤਾਂ ਜੋ ਦੁਬਾਰਾ ਵੇਚ ਨਾ ਪਾਵੇ। ਠੀਕ ਹੈ ਜੀ। ਤੇ ਇੱਕ ਤਾਂ ਇਹ ਰਹਿੰਦਾ ਜੀ। ਦੂਸਰਾ ਜਿਹੜੇ ਡਰੱਗ ਐਡਿਕਟਸ ਨੇ ਠੀਕ ਹੈ ਜੀ, ਉਹਨਾਂ ਦੀ ਕਾਉਂਸਲਿੰਗ ਕਰਦੇ ਹਾਂ। ਡਰੱਗ ਐਡਿਕਟਸ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਉਹਨਾਂ ਦੇ FIR ਨਹੀਂ, ਉਹਨਾਂ ਦੇ ਬੇਸਿਕਲੀ ਇਲਾਜ ਵੱਲ ਲੈ ਕੇ ਜਾਂਦੇ ਹਾਂ ਜੀ। ਓਕੇ। ਓਟ ਕਲੀਨਿਕਸ ਨੇ, ਇਸ ਤੋਂ ਇਲਾਵਾ ਵੀ ਜਿਹੜੇ ਗਵਰਨਮੈਂਟ ਹਸਪੀਟਲਸ ਤੇ ਹੋਰ ਵੀ ਹੈਗੇ ਨੇ, ਉਹਨਾਂ ਨਾਲ ਟਾਈ ਅਪ ਕਰਕੇ ਉੱਥੇ ਉਹਨਾਂ ਨੂੰ ਪੇਰੈਂਟਸ ਨੂੰ ਵੀ ਕਨਵਿੰਸ ਕਰਨਾ ਪੈਂਦਾ ਹੈ। ਬਿਕੋਜ਼ ਡਰੱਗ ਐਡਿਕਟ ਨੂੰ ਇੱਕ ਤਾਂ ਪਹਿਲਾਂ ਮੰਨਣਾ ਪਰਿਵਾਰ ਦੁਆਰਾ ਕਿ ਡਰੱਗ ਐਡਿਕਟ ਹੈ। ਕਈ ਵਾਰ ਤਾਂ ਪਰਿਵਾਰ ਨਹੀਂ ਉਸ ਚੀਜ਼ ਨੂੰ ਮੰਨਦੇ ਹੈਗੇ ਤੇ ਉਹਨਾਂ ਨੂੰ ਇੱਕ ਸੋਸ਼ਲ ਕਹਿ ਲਓ ਕਿ ਇੱਕ ਬੈਰੀਅਰ ਹੈ ਕਾਈਂਡ ਆਫ ਕਿ ਕਿਤੇ ਸਮਾਜ ਬੇਇੱਜ਼ਤੀ ਹੋ ਜੂਗੀ, ਬੱਚੇ ਦਾ ਕੀ ਹੋਊਗਾ। ਤਾਂ ਉਹ ਚੀਜ਼ਾਂ ਨੂੰ ਪਹਿਲਾਂ ਕਨਵਿੰਸ ਕਰੀਦਾ ਕਿ ਜੇ ਆਪਾਂ ਇਸ ਚੀਜ਼ ਨੂੰ ਐਡਰੈਸ ਨਾ ਕੀਤਾ ਫਿਰ ਬੱਚੇ ਦੀ ਜ਼ਿੰਦਗੀ ਕੁਛ ਨਹੀਂ ਰਹਿ ਜਾਣੀ। ਉਹਨੇ ਜਿਹੜਾ ਨਸ਼ੇ ਦੀ ਲੱਤ ਲੱਗੀ ਹੈ ਉਹ ਕੁਛ ਸਾਲਾਂ ਬਾਅਦ ਉਹਨੇ ਬਚਣਾ ਹੀ ਨਹੀਂ ਹੈ। ਬਚਣਾ ਨਹੀਂ ਹੈ ਬਿਲਕੁਲ। ਤਾਂ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਉਸ ਚੀਜ਼ ਤੋਂ ਸਟਿਗਮਾ ਤੋਂ ਬਾਹਰ ਆ ਕੇ ਤੁਸੀਂ ਇਲਾਜ ਕਰਾਓ ਬੱਚੇ ਦਾ। ਤਾਂ ਇੱਕ ਉਹ ਚੀਜ਼ ਕਰੀਦੀ ਹੈ ਜੀ। ਜੀ। ਇੱਕ ਤਾਂ ਇਲਾਜ ਵੱਲ ਜਾਈਦਾ ਤੇ ਦੂਸਰਾ ਜਿਹੜਾ ਡਰੱਗ ਸਮਗਲਰ ਹੈ ਉਹਨੂੰ ਅਰੈਸਟ ਕਰਨ ਵੱਲ ਜਾਈਦਾ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਅਸੀਂ ਜਿਹੜੇ ਹੈਗੇ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੇ ਸਮੱਸਿਆ ਜ਼ਿਆਦਾ ਸੀਗੀ ਉੱਥੇ ਅਸੀਂ ਸੈਮੀਨਾਰਸ ਕੀਤੇ ਨੇ। ਓਕੇ। ਰੇਡ ਵੀ ਕਰਦੇ ਹਾਂ, ਕੋਆਰਡੀਨੇਟ ਸਰਚ ਆਪਰੇਸ਼ਨ ਵੀ ਕੀਤੇ ਨੇ। ਸਾਰੇ ਪਾਸਿਓਂ ਪਿੰਡ ਨੂੰ ਜਾਂ ਏਰੀਆ ਨੂੰ ਘੇਰ ਕੇ ਉਹ ਜਿਹੜੇ ਘਰ ਹੁੰਦੇ ਨੇ ਉਹਨਾਂ ਦਾ ਸਰਚ ਆਪਰੇਸ਼ਨ ਕੀਤੇ ਨੇ। ਠੀਕ ਹੈ। ਪਲੱਸ ਅਸੀਂ ਜਿਹੜਾ ਹੈਗਾ ਉਸ ਤੋਂ ਬਾਅਦ ਉੱਥੇ ਸੈਮੀਨਾਰ ਵੀ ਹੈਲਡ ਕੀਤੇ ਨੇ। ਠੀਕ ਹੈ। ਰੇਡ ਵੀ ਮਤਲਬ ਉਹ ਕਰਕੇ ਰੇਡ ਵੀ ਕੀਤੀ ਹੈ ਤੇ ਉਸ ਤੋਂ ਬਾਅਦ ਸੈਮੀਨਾਰ ਕਰਕੇ ਉਹਨਾਂ ਨੂੰ ਇੰਗੇਜ ਵੀ ਕੀਤਾ। ਠੀਕ ਹੈ। ਉਹਨਾਂ ਦੇ ਬੱਚਿਆਂ ਨੂੰ ਵੀ ਇੰਗੇਜ ਕੀਤਾ। ਬੱਚਿਆਂ ਨੂੰ ਵੀ ਇਸ ਗੱਲ ਦੇ ਉੱਤੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਕਿ ਦੇਖੋ ਜੇ ਡਰੱਗ ਦੀ ਕਮਾਈ ਹੈ ਉਹ ਇੱਕ ਈਜ਼ੀ ਮਨੀ ਹੈ ਬੇਸਿਕਲੀ, ਕਿਉਂਕਿ ਇੱਕ ਦਿਹਾੜੀਦਾਰ ਜਿਹੜਾ ਬੰਦਾ ਹੈਗਾ ਉਹਨੂੰ ਮਿਹਨਤ ਕਰਦਾ ਹੈ, ਉਹ ਸਾਰਾ ਦਿਨ ਉਹਦੇ ਨਾਲ ਹੁੰਦਾ ਹੈ, ਉਸ ਤੋਂ ਬਾਅਦ ਉਹ ਕੁਝ ਪੈਸੇ ਕਮਾਉਂਦਾ ਹੈ। ਤੇ ਜਿਹੜਾ ਡਰੱਗ ਦੀ ਮਨੀ ਹੈ ਉਹ ਪਤਾ ਹੈ ਕਿਉਂਕਿ ਨਸ਼ਾ ਜਿਹੜਾ ਹੈਗਾ ਉਹ ਐਕਸਪੈਂਸਿਵ ਵਿਕਦਾ ਹੈ, ਉਹਦੇ ਬੇਸਿਸ ਤੇ ਉਹਨਾਂ ਨੂੰ ਉਹ ਈਜ਼ੀ ਮਨੀ ਆਉਂਦੀ ਹੈ। ਹੁਣ ਜਿਹੜੀ ਇੱਕ ਬੜੀ ਇੰਗਲਿਸ਼ ਦੇ ਵਿੱਚ ਸੇਇੰਗ ਹੈ ਜੀ ਕਿ ਈਜ਼ੀ ਮਨੀ ਫਾਈਂਡਸ ਰੈਡੀ ਆਊਟਲੈਟਸ। ਠੀਕ ਹੈ। ਠੀਕ ਹੈ। ਤਾਂ ਇਹ ਹੈ ਬੇਸਿਕਲੀ ਜਿਹੜੇ ਜਿਵੇਂ ਸੌਖਾ ਪੈਸਾ ਆਇਆ ਹੈ ਉਹਨੂੰ ਨਾਲ ਦੀ ਨਾਲ ਹੀ ਉਹਨੇ ਉਵੇਂ ਖਰਚ ਹੋ ਜਾਣਾ। ਉਵੇਂ ਖਰਚ ਹੋਣਾ ਬਿਲਕੁਲ। ਹੁਣ ਉਹ ਜਿਹੜਾ ਇਹੋ ਜਿਹੀ ਕਮਾਈ ਹੈ ਜਿਹੜੀ ਮਿਹਨਤ ਦੀ ਕਮਾਈ ਨਹੀਂ ਹੈ ਉਹ ਜਦੋਂ ਖਰਚ ਹੁੰਦੀ ਹੈ ਤਾਂ ਨੈਚੁਰਲ ਜੀ ਗੱਲ ਹੈਗੀ ਹੈ ਉਹ ਫਿਰ ਕੋਈ ਬੰਦਾ ਜਿਹੜੀ ਚੀਜ਼ ਉਹਨੂੰ ਨਹੀਂ ਦੀ ਜ਼ਰੂਰਤ ਉਹ ਵੀ ਆਉਂਦੀਆਂ ਨੇ। ਉਸ 'ਚ ਉਹਨਾਂ ਦੇ ਬੱਚਿਆਂ ਦੇ ਨਾਲ ਅਸੀਂ ਉਹਦੀ ਮਦਰਸ ਦੇ ਨਾਲ ਉਹਨਾਂ ਨਾਲ ਅਸੀਂ ਇੰਟਰੈਕਟ ਕੀਤਾ, ਉਹਨਾਂ ਨੂੰ ਸਮਝਾਇਆ ਵੀ ਇਹ ਪੈਸੇ ਨੇ ਅਲਟੀਮੇਟਲੀ ਤੁਹਾਨੂੰ ਪੇ ਨਹੀਂ ਕਰਨਾ ਹੈਗਾ। ਠੀਕ ਹੈ। ਅਲਟੀਮੇਟਲੀ ਤੁਸੀਂ ਵੀ ਉਹਨਾਂ ਨੂੰ ਵੀ ਲੱਗੂਗਾ ਵੀ ਜੇ ਸਾਡੇ ਜਿਹੜੇ ਪੇਰੈਂਟਸ ਨੇ ਇਸ ਚੀਜ਼ ਤੋਂ ਪੈਸਾ ਕਮਾ ਰਹੇ ਨੇ ਤਾਂ ਅਸੀਂ ਵੀ ਇਸੇ ਚੀਜ਼ 'ਚ ਲੱਗ ਜਾਈਏ। ਬਿਲਕੁਲ ਬਿਲਕੁਲ। ਠੀਕ ਹੈ। ਤੇ ਅਲਟੀਮੇਟਲੀ ਫਿਰ ਉਹਨਾਂ ਦਾ ਜਿਹੜਾ ਡੈਸਟੀਨੇਸ਼ਨ ਹੈ ਜਿੱਥੇ ਉਹਨਾਂ ਨੇ ਪਹੁੰਚਣਾ ਹੈ ਉਹ ਜੇਲ੍ਹ ਹੈ, ਹਵਾਲਾਤ ਹੈ। ਹਾਂਜੀ। ਅਰੈਸਟ ਹੋਣਗੇ, ਜਾਣਗੇ ਤਾਂ ਜ਼ਿੰਦਗੀ ਤਾਂ ਕੋਈ ਚੱਜ ਦੀ ਨਹੀਂ ਹੈ ਉਹਨਾਂ ਦੀ। ਬਿਲਕੁਲ। ਉਹਨਾਂ ਨੂੰ ਸਮਝਾਇਆ ਵੀ ਆਪਣੇ ਬੱਚਿਆਂ ਨੂੰ ਪੜ੍ਹਾਓ, ਉਹਨਾਂ ਨੂੰ ਕਰੋ, ਇਸ ਰਸਤੇ ਤੋਂ ਨਿਕਲੋ। ਠੀਕ ਹੈ। ਇਸ ਨਸ਼ਾ ਵੇਚਣ ਤੋਂ ਬਾਹਰ ਆਓ, ਥੋੜ੍ਹੀ ਮਿਹਨਤ ਕਰੋ। ਠੀਕ ਹੈ। ਉਹ ਰਸਤਾ ਥੋੜ੍ਹਾ ਔਖਾ ਹੈਗਾ, ਔਖਾ ਲੱਗੂਗਾ, ਬਟ ਉਹਦਾ ਜਿਹੜਾ ਕਿ ਫਿਊਚਰ ਹੈ ਤੁਹਾਡੇ ਬੱਚਿਆਂ ਦਾ ਉਹ ਚੰਗਾ ਹੋਊਗਾ। ਪਰ ਉਹ ਹੱਕ ਦੀ ਕਮਾਈ ਤੋਂ ਆਊਗਾ ਜੀ। ਬਿਲਕੁਲ। ਉਹ ਉਹਨਾਂ ਨੂੰ ਬੜਾ ਉਸ ਗੱਲ ਤੋਂ ਅਸੀਂ ਜਿਹੜਾ ਹੈਗਾ ਕੀਤਾ ਹੈ। ਠੀਕ ਹੈ। ਦੂਸਰਾ ਸਾਡੀ ਲੋਕਾਂ ਨੂੰ ਅਪੀਲ ਰਹਿੰਦੀ ਹੈ। ਠੀਕ ਹੈ। ਕਿਉਂਕਿ ਆਪਾਂ ਜੇ ਤੁਸੀਂ ਕਹੋ ਵੀ ਇਕੱਲੀ ਪੁਲਿਸ ਦੇ ਕਹਿਣ ਦੇ ਉੱਤੇ ਨਸ਼ਾ ਖਤਮ ਹੋ ਜਾਊਗਾ, ਦੈਟ ਇਜ਼ ਨਾਟ ਪੋਸੀਬਲ ਜੀ। ਹਾਂ, ਬਹੁਤ ਹੱਦ ਤੱਕ ਅਸੀਂ ਕੰਟਰੋਲ ਪਾ ਰਹੇ ਹਾਂ ਤੇ ਪਾ ਵੀ ਲਵਾਂਗੇ ਜੀ, ਬਟ ਜਿਹੜਾ ਜਿੰਨਾ ਚਿਰ ਲੋਕਾਂ ਦੇ ਵਿੱਚੋਂ ਲਹਿਰ ਨਹੀਂ ਉੱਠਦੀ ਇਹਦੇ ਖਿਲਾਫ ਇੱਕ ਲਹਿਰ ਉੱਠਣੀ ਪੈਣੀ ਕਰਨ ਦੀ ਲੋੜ। ਉਹ ਸੋਸ਼ਲ ਮੀਡੀਆ ਦੇ ਉੱਤੇ ਕਿਤੇ ਵੀ ਤੁਸੀਂ ਮੰਨੋ ਕੋਈ ਵੀ ਪੋਸਟ ਪੈ ਜਾਂਦੀ ਹੈ ਉਹਦੇ ਉੱਤੇ ਮਤਲਬ ਕਮੈਂਟ ਕਰਨ ਵਾਲੇ ਤੁਹਾਨੂੰ ਹਜ਼ਾਰਾਂ ਮਿਲ ਜਾਣਗੇ। ਠੀਕ ਹੈ। ਕਮੈਂਟ ਕਰਕੇ ਵੀ ਪੁਲਿਸ ਆਈ ਹੈ ਜੀ, ਇਹ ਪ੍ਰਸ਼ਾਸਨ ਆਏ ਹੈ, ਸਰਕਾਰ ਆਏ ਹੈ, ਸਰਕਾਰ ਪਹਿਲਾਂ ਵਾਲੀ ਚਲੀ ਗਈ, ਹੁਣ ਵਾਲੀ ਆ ਗਈ, ਜਿਹੜੀ ਮਰਜ਼ੀ ਚਲੀ ਜਾਵੇ ਜੀ। ਬਟ ਕਹਿਣ ਦਾ ਮਤਲਬ ਇਹ ਹੈ ਵੀ ਜਿੰਨਾ ਚਿਰ ਲੋਕਾਂ 'ਚੋਂ ਮੁਹਿੰਮ ਨਹੀਂ ਨਿਕਲਦੀ, ਹੁਣ ਅਸੀਂ ਹਰ ਜਗ੍ਹਾ ਦੇ ਉੱਤੇ ਹਰ ਗਲੀ ਨੁੱਕਰ ਦੇ ਉੱਤੇ ਨਹੀਂ ਹੋ ਸਕਦੇ
ਪੁਲਿਸ ਹਰ ਜਗ੍ਹਾ ਤੇ ਪ੍ਰੈਜ਼ੈਂਟ ਨਹੀਂ ਹੋ ਸਕਦੀ, ਬਿਲਕੁਲ ਸਹੀ, ਬਟ ਆਮ ਲੋਕ ਹਰ ਜਗ੍ਹਾ ਤੇ ਨੇ। ਆਮ ਠੀਕ ਲੋਕ ਹੈ, ਹਰ ਜਗ੍ਹਾ ਤੇ, ਜਿਹੜਾ ਬੰਦਾ ਨਸ਼ਾ ਵੇਚ ਰਿਹਾ ਉਹਦਾ ਗਵਾਂਢੀ ਹੈਗਾ, ਠੀਕ ਹੈ, ਉਹਦੇ ਆਸੇ-ਪਾਸੇ ਘਰ ਹੈਗੇ ਨੇ, ਮੁਹੱਲਾ ਹੈਗਾ, ਉਹਨਾਂ ਨੂੰ ਪਤਾ ਹੈ, ਬਿਲਕੁਲ, ਠੀਕ ਹੈ ਜੀ, ਉਹਨਾਂ ਨੂੰ ਆਈਡੀਆ ਹੈਗਾ, ਬਟ ਕੋਈ ਨਿਕਲ ਕੇ ਸਾਹਮਣੇ ਨਹੀਂ ਆਉਂਦਾ। ਅਸੀਂ ਆਪਣੇ ਨੰਬਰ ਉਹਨਾਂ ਨੂੰ ਸਰਕੂਲੇਟ ਕੀਤੇ ਨੇ ਕਿ ਤੁਸੀਂ ਤੁਹਾਡੀ ਆਇਡੈਂਟੀਟੀ ਵੀ ਗੁਪਤ ਰੱਖੀ ਜਾਊਗੀ, ਬਿਲਕੁਲ ਜੀ, ਠੀਕ ਹੈ, ਤੁਸੀਂ ਸਾਨੂੰ ਜਿਹੜਾ ਹੈਗਾ ਆਪਣਾ ਜਿਹਨੂੰ ਲੱਗਦਾ ਕਿ ਮੇਰੀ ਆਇਡੈਂਟੀਟੀ ਨਾ ਆਵੇ ਅੱਗੇ, ਉਹ ਸਾਨੂੰ ਇਨਫੋਰਮ ਕਰੋ। ਰਿਸਪੌਂਸ ਮਿਲਿਆ ਜੀ ਉਹਦਾ ਕੁਝ? ਹਾਂਜੀ, ਬਹੁਤ ਘੱਟ ਜੀ। ਅੱਛਾ ਜੀ, ਬਹੁਤ ਘੱਟ, ਵੈਰੀ ਰੇਅਰ। ਓਕੇ, ਰਿਪੀਟਡਲੀ ਕਹਿਣ ਤੋਂ ਬਾਅਦ ਵੀ ਲੋਕਾਂ ਦਾ ਰਿਸਪੌਂਸ ਬਹੁਤ ਘੱਟ ਹੈ। ਓਕੇ, ਤਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਵੀ ਜਦੋਂ ਆਪਾਂ ਕਿਸੇ ਚੀਜ਼ 'ਚ ਐਕਟਿਵਲੀ ਅੱਗੇ ਹੋ ਕੇ ਕੋਈ ਕੰਮ ਨਹੀਂ ਕਰਾ ਸਕਦੇ, ਫਿਰ ਆਪਾਂ ਨੂੰ ਬੋਲਣ ਦਾ ਵੀ ਹੱਕ ਨਹੀਂ ਹੈ ਜੀ, ਠੀਕ ਹੈ ਜੀ। ਹੁਣ ਬੇਸਿਕਲੀ ਇਹੀ ਹੈ ਕਿ ਲੋਕ ਜਦੋਂ ਸਾਨੂੰ ਇਨਫੋਰਮੇਸ਼ਨ ਦੇਣਗੇ, ਮਤਲਬ ਤੁਸੀਂ ਆਪ ਸੋਚੋ ਕਿ ਇੱਕ ਮੁਹੱਲੇ ਦੇ ਵਿੱਚ, ਇੱਕ ਸ਼ਹਿਰ 'ਚ, ਇੱਕ ਪਿੰਡ ਦੇ ਵਿੱਚ, ਅਗਰ ਮੰਨ ਲਓ ਛੋਟਾ ਪਿੰਡ ਵੀ ਲਾ ਲਈਏ, 500,000 ਦੀ ਆਬਾਦੀ ਹੈਗੀ ਹੈ, ਉਹ 'ਚ ਹੁਣ 500,000 ਬੰਦਾ ਤਾਂ ਨਹੀਂ ਵੇਚ ਰਿਹਾ, ਨਹੀਂ ਬਿਲਕੁਲ ਨਹੀਂ, ਠੀਕ ਹੈ ਜੀ। ਉਹਦੇ ਵਿੱਚ ਜੇ ਵੇਚਣ ਵਾਲੇ ਹੋਣਗੇ ਨੇ 2-4 ਬੰਦੇ ਹੋਣਗੇ, 5-10 ਹੋਣਗੇ, ਬਿਲਕੁਲ ਜੀ। ਕੀ ਸਾਡੇ ਮਤਲਬ ਕਿ ਉਹ 500, 600 ਜਾਂ 1000 ਦੇ ਕਰੀਬ ਬੰਦਾ ਉਹ 10 ਬੰਦਿਆਂ ਨੂੰ ਨਹੀਂ ਨੱਥ ਪਾ ਸਕਦਾ, ਰੋਕ ਨਹੀਂ ਸਕਦਾ? ਬਿਲਕੁਲ ਜੀ। ਸੋਸ਼ਲੀ ਬਾਈਕਾਟ ਵੀ ਕਰ ਸਕਦਾ ਉਹਨਾਂ ਦਾ, ਸਾਨੂੰ ਬੁਲਾ ਸਕਦਾ ਉੱਥੇ ਜੀ, ਠੀਕ ਹੈ, ਸਾਨੂੰ ਇਨਫੋਰਮ ਕਰ ਸਕਦਾ, ਅਸੀਂ ਕਰ ਵੀ ਕਰ ਸਕਦੇ ਹਾਂ, ਬਟ ਹਰ ਕਿਸੇ ਦਾ ਐਟੀਟਿਊਡ ਇਹ ਬਣ ਗਿਆ ਵੀ ਮੈਨੇ ਆਪਾਂ ਕੀ ਲੈਣਾ, ਵੀ ਪੁਲਿਸ ਦੇਖੂਗੀ, ਤਾਂ ਪੁਲਿਸ ਦੇਖੂਗੀ, ਬਿਲਕੁਲ, ਕਿਸੇ ਨੇ ਆਪਣੇ ਆਪ ਤਾਂ ਦੇਖ ਨਹੀਂ ਲੈਣਾ, ਉਹ ਤਾਂ ਜੇ ਇਨਫੋਰਮੇਸ਼ਨ ਆਊਗੀ ਤਾਂ ਉਹਦੇ ਬੇਸਿਸ ਦੇ ਉੱਤੇ ਕੰਮ ਹੋਣਾ ਹੈ, ਬਿਲਕੁਲ, ਠੀਕ ਹੈ ਜੀ। ਤਾਂ ਸਾਡੀ ਲੋਕਾਂ ਨੂੰ ਬੜੀ ਇਸ ਚੀਜ਼ ਨੂੰ ਇੰਗੇਜ ਕੀਤਾ ਹੈ। ਮੈਂ ਸਕੂਲਸ ਦੇ ਵਿੱਚ ਕਾਫੀ ਸੈਮੀਨਾਰ ਲਾਏ ਨੇ, ਠੀਕ ਹੈ, ਕਿਉਂਕਿ ਦੇਖੋ ਬੱਚਿਆਂ ਦਾ ਮਨ ਫਿਰ ਵੀ ਸਾਫ਼ ਹੁੰਦਾ, ਜਿਵੇਂ ਜਿਵੇਂ ਬੰਦਾ ਵੱਡਾ ਹੁੰਦਾ ਉਹ ਹੋਰ ਹਿਸਾਬ ਨਾਲ ਪ੍ਰੈਕਟੀਕਲ ਹੁੰਦਾ ਜਾਂਦਾ ਹੈ, ਉਹਨੂੰ ਲੱਗਦਾ ਵੀ ਪ੍ਰੈਕਟੀਕਲ ਕਹਿੰਦਾ ਮਤਲਬ ਉਹ ਇੱਕ ਵਰਡ ਹੀ ਗਲਤ ਬਣਾ ਲਿਆ, ਪ੍ਰੈਕਟੀਕਲ, ਇਟ ਇਜ਼ ਨਾਟ ਪ੍ਰੈਕਟੀਕਲ। ਅਸਲ ਦੇ ਵਿੱਚ ਉਹ ਇੱਕ ਇਲੂਜਨ 'ਚ ਚਲਾ ਜਾਂਦਾ ਵੀ ਮੈਨੂੰ ਲੋੜ ਹੀ ਨਹੀਂ ਕੁਝ ਕਰਨ ਦੀ, ਠੀਕ ਹੈ, ਮੈਂ ਕਿਉਂ ਹੀ ਬੋਲਾਂ, ਮੈਂ ਚੁੱਪ ਹੀ ਰਹਿ ਕੇ ਠੀਕ ਹੈ, ਜਦੋਂ ਆਪਣੀ ਜ਼ਿੰਦਗੀ ਐਂ ਠੀਕ ਨਿਕਲਦੀ ਹੈ ਤਾਂ ਆਪਾਂ ਨੂੰ ਕੀ ਫਰਕ ਹੈ, ਠੀਕ ਹੈ। ਬਟ ਪਤਾ ਉਦੋਂ ਲੱਗਦਾ ਬੰਦੇ ਨੂੰ ਜਦੋਂ ਉਹਦੇ ਘਰ ਦੇ ਵਿੱਚ ਅੱਗ ਲੱਗਦੀ ਹੈ, ਬਿਲਕੁਲ, ਜਦੋਂ ਬੰਦੇ ਦੇ ਘਰ ਦੇ ਵਿੱਚ, ਰਿਸ਼ਤੇਦਾਰੀ ਦੇ ਵਿੱਚ ਕਿਤੇ ਨਾ ਕਿਤੇ ਕੋਈ ਬੰਦਾ ਹੈਗਾ ਨਸ਼ੇ ਦਾ ਸ਼ਿਕਾਰ ਹੋ ਜਾਂਦਾ ਹੈ। ਸੋ ਇਹਦੇ ਲਈ ਬੜਾ ਜ਼ਰੂਰੀ ਹੈ ਜੀ ਕਿ ਸੁਸਾਇਟੀ ਅੱਗੇ ਆਵੇ, ਠੀਕ ਹੈ, ਸੁਸਾਇਟੀ ਉੱਥੇ ਉਹਦਾ ਬਹਿਸ਼ਕਾਰ ਕਰੇ ਬੰਦੇ ਦਾ, ਪਿੰਡ ਦੇ ਵਿੱਚ ਜਿਹੜਾ ਹੈਗਾ ਉਹਨੂੰ ਰੋਕੇ, ਠੀਕ ਹੈ, ਜਿਹੜੇ ਉਦੋਂ ਬਾਅਦ ਸਾਨੂੰ ਦੱਸੇ, ਠੀਕ ਹੈ। ਪਿੱਛੋਂ ਦੀ ਸਾਡੇ ਕੋਲ ਇੱਕ ਵਧੀਆ ਹੋਇਆ, ਜਿੱਥੇ ਮੈਂ ਰਿਪੀਟਡਲੀ ਅਸੀਂ ਸੈਮੀਨਾਰ ਕੀਤੇ ਇੱਕ ਪਰਟੀਕੂਲਰ ਪਿੰਡ 'ਚ, ਉਹਨਾਂ ਮੁੰਡਿਆਂ ਨੇ ਇੱਕ ਆਪਣਾ ਕਲੱਬ ਬਣਾ ਲਿਆ ਉੱਥੇ, ਠੀਕ ਹੈ, ਯੰਗ ਮੁੰਡਿਆਂ ਨੇ ਸਾਨੂੰ ਇੰਗੇਜ ਕਰ ਲਿਆ ਉਹਨਾਂ ਨੇ। ਹੁਣ ਅਸੀਂ ਪਿੱਛੇ ਜੇ ਉੱਥੇ ਇੱਕ ਮੁਹਿੰਮ ਚਲਾ ਰਹੇ ਹਾਂ ਇਹਦੇ ਬੇਸਿਸ ਦੇ ਉੱਤੇ ਕਿ ਅਸੀਂ ਨਾਕੇ ਲਵਾ ਕੇ, ਠੀਕ ਹੈ, ਉਹਦੇ ਨਾਲ ਉਹਨਾਂ ਦੀ ਹੈਲਪ ਦੇ ਨਾਲ ਅਸੀਂ ਜੇ ਕੋਈ ਨਸ਼ਾ ਲੈਣਾ ਆਉਂਦਾ ਉਹਨੂੰ ਉੱਥੇ ਰੋਕ ਕੇ ਜਿਹੜਾ ਐਡਿਕਟ ਹੈ ਉਹਦਾ ਇਲਾਜ ਵੱਲ ਨੂੰ ਤੋਰੀਏ, ਤੇ ਜਿਹੜਾ ਸਮਗਲਰ ਹੈ ਉਹਨਾਂ 'ਤੇ ਤਾਂ ਅਸੀਂ ਪਰਚੇ ਦੇ ਹੀ ਰਹੇ ਹਾਂ, ਠੀਕ ਹੈ। ਤਾਂ ਇਹ ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਜੀ ਇਹ ਚੀਜ਼ ਚੱਲ ਰਹੀ ਹੈ। ਉਹ ਜੀ ਤੁਸੀਂ ਇੱਕ ਛੋਟੀ ਉਮਰ ਦੇ ਵਿੱਚ ਸਰਕਾਰੀ ਸਕੂਲ 'ਚ ਪੜ੍ਹ ਕੇ ਇੱਕ ਵੱਡੀ ਅਚੀਵਮੈਂਟ ਤੁਸੀਂ ਸਾਰੀਆਂ ਆਪਣੀਆਂ ਦੱਸੀਆਂ ਨੇ, ਸੋ ਮੈਂ ਸਾਡੇ ਬਾਬੂਸ਼ਾਹੀ ਦੇ ਮਾਧਿਅਮ ਰਾਹੀਂ ਤੁਹਾਡਾ ਪੰਜਾਬ ਦੀ ਨੌਜਵਾਨੀ ਨੂੰ ਸੁਨੇਹਾ ਚਾਹੁੰਦਾ ਹਾਂ ਵੀ ਕੋਈ ਪੋਜ਼ਿਟਿਵ ਉਹਨਾਂ ਨੂੰ ਤੁਸੀਂ ਕੋਈ ਸੁਨੇਹਾ ਦਿਓ। ਮੇਰਾ ਬੇਸਿਕਲੀ ਜੀ ਨੌਜਵਾਨੀ ਨੂੰ ਇਹੀ ਹੈ ਕਿ ਵੀ ਸੁਪਨਿਆਂ ਦੀ ਕੋਈ ਸੀਮਾ ਨਹੀਂ ਹੁੰਦੀ, ਠੀਕ ਹੈ, ਤੁਸੀਂ ਸੁਪਨੇ ਦੇਖੋ। ਅਬਦੁਲ ਕਲਾਮ ਜੀ ਕਹਿੰਦੇ ਸੀ ਕਿ ਵੀ ਸੁਪਨੇ ਉਹ ਨਹੀਂ ਹੁੰਦੇ ਵੀ ਜਿਹੜੇ ਤੁਹਾਨੂੰ ਰਾਤ ਨੂੰ ਸੁੱਤਿਆਂ ਨੂੰ ਆਉਂਦੇ ਨੇ, ਸੁਪਨੇ ਉਹ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ, ਬਿਲਕੁਲ, ਠੀਕ ਹੈ ਜੀ। ਤਾਂ ਬੇਸਿਕਲੀ ਤੁਸੀਂ ਕੋਈ ਵੀ ਚੀਜ਼, ਕਿਸੇ ਵੀ ਚੀਜ਼ ਦਾ ਸੁਪਨਾ ਦੇਖੋਗੇ, ਮੈਂ ਵੀ ਦੇਖੋ ਸਰਕਾਰੀ ਸਕੂਲ ਤੋਂ ਥੱਪੜ ਮਾਰਕਾ ਤੋਂ ਪੜ੍ਹ ਕੇ ਅਲਟੀਮੇਟਲੀ ਇੱਥੇ ਬੈਠਾ, ਠੀਕ ਹੈ ਜੀ। ਤੇ ਤੁਸੀਂ ਵੀ ਜਿਹਦੇ ਕੋਲ ਰਿਸੋਰਸਿਸ ਨੇ ਉਹ, ਠੀਕ ਹੈ, ਉਹ ਵੀ ਆਪਣਾ ਕਰ ਸਕਦਾ, ਜਿਹਦੇ ਕੋਲ ਨਹੀਂ ਵੀ ਉਹ ਵੀ ਉਸ ਚੀਜ਼ ਨੂੰ ਵਾਧਾ ਨਾ ਸਮਝੇ ਵੀ ਉਹ ਕਿਤੇ ਨਹੀਂ ਪਹੁੰਚ ਸਕਦਾ ਹੈਗਾ। ਅਗਰ ਤੁਸੀਂ ਆਪਣੀ ਮਿਹਨਤ ਲਾਉਂਦੇ ਰਹੋਗੇ ਤਾਂ ਡੈਫੀਨੇਟਲੀ ਯੂ ਵਿਲ ਰੀਚ ਸਮਵੇਅਰ। ਤਾਂ ਆਪਣੀ ਨੈਚੁਰਲ ਜੀ ਗੱਲ ਹੈ, ਜਦੋਂ ਮਿਹਨਤ ਲਾਉਂਗੇ ਉਹਦੇ 'ਤੇ ਫਿਰ ਲੱਗੇ ਰਹੋਗੇ, ਗੱਲਾਂ ਨਾਲ ਨਹੀਂ ਬਣਨਾ ਜੀ ਮੈਂ ਹਾਂ ਕਰਨਾ ਹੈ, ਮੈਂ ਉਹ ਇੰਸਟੀਚਿਊਟ ਲੱਗ ਗਿਆ, ਠੀਕ ਹੈ, ਵੀ ਮੈਂ ਤਿਆਰੀ ਕਰਨ ਲੱਗਾ, ਚਾਹੇ ਸਿਵਲ ਸਰਵਿਸਿਜ਼ ਦੀ ਜਾਂ ਕਿਸੇ ਵੀ ਚੀਜ਼ ਦੀ, ਵੀ ਮੈਂ ਉੱਥੇ ਜਾ ਰਿਹਾ ਬਾਰ-ਬਾਰ, ਤਾਂ ਉਹਦੇ ਨਾਲ ਨਹੀਂ ਹੋਣਾ ਹੈਗਾ। ਅਲਟੀਮੇਟਲੀ ਇਹ ਚੀਜ਼ ਜਿਹੜੀ ਹੈਗੀ ਹੈ ਉਦੋਂ ਪੇ ਕਰੂਗੀ ਜਦੋਂ ਤੁਸੀਂ ਆਪਣਾ ਪੂਰਾ ਜਿਹੜਾ ਧਿਆਨ ਉਹਦੇ 'ਤੇ ਐਕਚੁਅਲੀ ਡਿਵੋਟ ਕਰੋਗੇ, ਆਪਦੀ ਪੂਰੀ ਉਹਦੇ 'ਤੇ ਐਨਰਜੀ ਲਾ ਦੋਗੇ, ਪੂਰਾ ਯਤਨ ਲਾਓਗੇ, ਫਿਰ ਚਾਹੇ ਉਹ ਸਪੋਰਟਸ ਹੈ ਤੇ ਚਾਹੇ ਉਹ ਸਟੱਡੀਜ਼ ਹੈ, ਫਿਰ ਤੁਸੀਂ ਜ਼ਰੂਰ ਐਕਸੈਲ ਕਰੋਗੇ। ਤੇ ਇਹਦੇ ਵਿੱਚ ਇੱਕ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਸਿਰਫ ਕਿਤਾਬੀ ਕੀੜਾ ਵੀ ਨਹੀਂ ਬਣਨਾ ਹੈਗਾ, ਠੀਕ ਹੈ। ਮੈਂ ਵੀ ਸਪੋਰਟਸ ਖੇਡਦਾ ਰਿਹਾ, ਮੈਂ ਫੁੱਟਬਾਲ ਬਹੁਤ ਖੇਲੀ ਹੈ ਜੀ, ਠੀਕ ਹੈ, ਫੁੱਟਬਾਲ ਵੀ ਖੇਲੀ ਆ, ਸਵਿਮਿੰਗ ਵੀ ਕਰਦਾ ਰਿਹਾ, ਵਾਲੀਬਾਲ, ਹੈਂਡਬਾਲ, ਸਾਰੀਆਂ ਗੇਮਸ ਮੈਂ ਕਰਦਾ ਸੀਗਾ, ਠੀਕ ਹੈ। ਜਦੋਂ ਪੜ੍ਹਾਈ ਦਾ ਵਕਤ ਆ ਗਿਆ, ਚਲੋ ਉਹਨਾਂ ਨੂੰ ਲਿਮਿਟ ਕਰਤਾ, ਪਰ ਇਹ ਨਹੀਂ ਸੀਗਾ ਵੀ ਅਸੀਂ ਉਦੋਂ ਵੀ ਮਤਲਬ ਰਨਿੰਗ ਵਗੈਰਾ ਹੋਰ ਉਹ ਚੱਲਦਾ ਰਿਹਾ, ਘੰਟਾ ਡੇਢ ਘੰਟਾ ਘੱਟੋ ਘੱਟ ਕੱਢਦੇ ਸੀ ਉਦੋਂ ਵੀ, ਠੀਕ ਹੈ। ਤਾਂ ਉਹਦੇ ਨਾਲ ਇਹ ਹੈ ਕਿ ਹੈਲਦੀ ਮਾਈਂਡ ਰਹਿੰਦਾ, ਤੁਹਾਡੀ ਬਾਡੀ ਵੀ ਤੰਦਰੁਸਤ ਰਹਿੰਦੀ ਹੈ, ਅਤੇ ਫਿਰ ਤੁਸੀਂ ਪੜ੍ਹਾਈ ਵੀ ਦਰੁਸਤ ਵਿੱਚ ਕਰ ਸਕਦੇ ਹੋ, ਸਹੀ ਹੈ, ਠੀਕ ਹੈ ਜੀ। ਤਾਂ ਇਸ ਲਈ ਇਹ ਹੈ ਕਿ ਆਪਣਾ ਨਸ਼ਾ ਕੁਛ ਨਹੀਂ ਹੈ ਯਾਰ, ਨਸ਼ਾ ਇਜ਼ ਅ ਟੈਂਪਰੇਰੀ ਜਿਹੜਾ ਤੁਹਾਡਾ ਨਸ਼ਾ ਜਿਹਾ ਹੈਗਾ ਜਿਹਦੇ ਨਾਲ ਤੁਹਾਨੂੰ ਉਦੋਂ ਖੁਸ਼ੀ ਮਿਲਦੀ ਹੈ ਜਿਹੜਾ ਬੰਦਾ ਨਸ਼ਾ ਕਰਦਾ ਹੈ। ਤੁਸੀਂ ਜ਼ਿੰਦਗੀ ਦਾ ਨਸ਼ਾ ਪਾਲੋ, ਬੇਸਿਕਲੀ ਇੱਕ ਆਪਦੀ ਸੈਂਸ ਆਫ ਅਚੀਵਮੈਂਟ ਦਾ ਨਸ਼ਾ ਪਾਲੋ। ਬੇਸਿਕਲੀ ਤੁਸੀਂ ਰੋਜ਼ ਉੱਠ ਕੇ ਕਿਸੇ ਸੁਚਾਰੂ ਮਤਲਬ ਕਿਸੇ ਚੰਗੇ ਕੰਮ ਦੇ ਲਈ ਜਾ ਰਹੇ ਹੋ, ਚੰਗਾ ਕੰਮ ਕਰਕੇ ਤੁਸੀਂ ਵਾਪਸ ਘਰ ਪਰਤਦੇ ਹੋ, ਠੀਕ ਹੈ। ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿਸੇ ਦੀ ਜ਼ਿੰਦਗੀ ਦੇ ਵਿੱਚ ਮੈਂ ਫਰਕ ਪਾ ਕੇ ਆਇਆ, ਜਾਂ ਜਿਹੜਾ ਮੰਨ ਲਓ ਮੈਂ ਪੁਲਿਸ ਦੇ ਵਿੱਚ ਆਇਆ, ਆਪਣੀ ਸੀਟ 'ਤੇ ਬੈਠ ਕੇ ਕਿਸੇ ਦਾ ਕੰਮ ਸਵਾਰ ਕੇ ਜਾ ਰਹੇ ਹਾਂ, ਤਾਂ ਮੇਰੇ ਲਈ ਉਹੀ ਸਭ ਤੋਂ ਵੱਡਾ ਨਸ਼ਾ ਹੈ, ਉਹੀ ਸਭ ਤੋਂ ਵੱਡਾ, ਉਹਦੇ ਨਾਲ ਇੰਨੀ ਮਤਲਬ ਵਧੀਆ ਨੀਂਦ ਆਉਂਦੀ ਹੈ ਅਤੇ ਸਭ ਕੁਝ ਠੀਕ ਹੈ। ਬਾਕੀ ਮੈਂ ਹੋਰ ਵੀ
ਕਹਿਣਾ ਚਾਹੂੰਗਾ ਮਤਲਬ ਤੁਹਾਡੇ ਮਾਧਿਅਮ ਦੇ ਰਾਹੀਂ ਜੀ ਕਿ ਇੱਕ ਸਿਸਟਮ ਨੂੰ ਲੈ ਕੇ ਨਾ ਯੂਥ ਦੇ ਵਿੱਚ ਜਦੋਂ ਅਸੀਂ ਵੀ ਹੁੰਦੇ ਸੀ ਸਾਨੂੰ ਵੀ ਐਂ ਲੱਗਦਾ ਸੀ ਵੀ ਪਤਾ ਨਹੀਂ ਸਿਸਟਮ 'ਚ ਕੀ ਕੁਛ ਹੈ, ਕੀ ਧਾਂਦਲੀ ਫੈਲੀ ਹੋਈ ਹੈ, ਕੀ ਸ਼ਾਇਦ ਕਰਪਸ਼ਨ ਹੀ ਹੈ ਸਾਰੇ ਪਾਸੇ, ਜਾਂ ਪਤਾ ਨਹੀਂ ਕੀ ਕੁਛ ਹੈ। ਸੋ ਆਈ ਵੁੱਡ ਲਾਈਕ ਟੂ ਸੇ ਕਿ ਜਿਹੜਾ ਵੀ ਬੰਦਾ ਮਿਹਨਤ ਕਰਕੇ ਆਉਂਦਾ ਹੈ ਆ ਕੇ ਸਿਸਟਮ ਦਾ ਪਾਰਟ ਨਾ ਬਣੋ ਜੀ। ਬੜੀ ਖੁੱਲ੍ਹ ਕੇ ਗੱਲ ਕਰਦਾ ਮੈਂ ਉਸ ਚੀਜ਼ ਨੂੰ ਲੈ ਕੇ ਜੀ। ਠੀਕ ਹੈ, ਸਿਸਟਮ ਬੜੇ ਸੌਖੇ ਤਰੀਕੇ ਦੇ ਨਾਲ ਤੁਸੀਂ ਚਲਾ ਸਕਦੇ ਹੋ ਤੇ ਆਪਣੇ ਤਰੀਕੇ ਨਾਲ ਨੌਕਰੀ ਕਰ ਵੀ ਸਕਦੇ ਹੋ। ਵੱਧੋ ਵੱਧ ਇਹ ਹੁੰਦਾ ਹੈ ਕਿ ਤੁਹਾਡੀਆਂ ਟੈਨਿਓਰਸ ਸਟੇਬਲ ਨਹੀਂ ਰਹਿੰਦੀਆਂ, ਤੁਹਾਡੀਆਂ ਬਦਲੀਆਂ ਜਲਦੀ ਹੋ ਜਾਣਗੀਆਂ, ਉਹਦੇ ਨਾਲ ਕੀ ਫਰਕ ਪੈਂਦਾ ਹੈ। ਬਿਲਕੁਲ। ਮੈਂ ਇੱਕ ਗੱਲ ਸੋਚਦਾ ਸੀਗਾ, ਉਹ ਮੈਂ ਸਰੋਤਿਆਂ ਨੂੰ ਕਹਿਣਾ ਚਾਹੂੰਗਾ ਜੀ। ਮੈਂ ਸਿਵਲ ਸਰਵਿਸਿਜ਼ ਦੀ ਤਿਆਰੀ ਕਰਦਾ ਸੀਗਾ, UPSC ਦੀਆਂ ਵੀ ਇੰਟਰਵਿਊਜ਼ ਦਿੱਤੀਆਂ ਨੇ, IAS IPS ਦੇ ਲਈ ਵੀ। ਤਾਂ ਉਹਦੇ ਵਿੱਚ ਵੀ ਇਹ ਸੀਗਾ, ਮੈਂ ਅਕਸਰ ਇਹ ਸੋਚਦਾ ਕਿ ਅਗਰ ਮੈਂ ਕਿਤੇ ਹੋਰ ਪੋਸਟ ਮਤਲਬ ਕਿਸੇ ਹੋਰ ਮੈਨੂੰ ਮਿਲ ਜਾਂਦੀ ਸਟੇਟ, ਠੀਕ ਹੈ, ਮੰਨ ਲਓ ਮੈਂ UP 'ਚ ਹੁੰਦਾ, ਮੰਨ ਲਓ ਮੈਂ ਆਂਧਰਾ ਦੇ ਵਿੱਚ ਚਲਾ ਜਾਂਦਾ ਜਾਂ ਛੱਤੀਸਗੜ੍ਹ 'ਚ ਚਲਾ ਜਾਂਦਾ। ਹੁਣ UP ਦੇ ਵਿੱਚ ਇੱਕ ਕੋਨੇ ਤੋਂ ਦੂਜੇ ਕੋਨੇ ਜਾਣ ਲਈ ਰੋਡ ਦੇ ਨਾਲ ਕਈ ਥਾਵਾਂ ਤੇ 3-3 4-4 ਦਿਨ ਵੀ ਲੱਗ ਜਾਂਦੇ ਨੇ। ਪੰਜਾਬ ਸਾਰਾ 3-4 ਘੰਟੇ ਦੇ ਵਿੱਚ ਤੁਸੀਂ ਕਵਰ ਹੋ ਜਾਂਦਾ, ਬਿਲਕੁਲ ਕਵਰ ਕਰ ਜਾਂਦੇ ਹੋ। ਸੋ ਇਸ ਕਰਕੇ ਕੰਪਰੋਮਾਈਜ਼ ਨਾ ਕਰੋ ਆਪਣੀ ਇਨਰ ਕੌਨਸ਼ੀਅਸ ਨਾਲ, ਤਾਂ ਤੁਸੀਂ ਸਾਫ਼ ਸੁਥਰੇ ਢੰਗ ਨਾਲ ਆਪਣੀ ਜ਼ਿੰਦਗੀ ਜਿਉ ਸਕਦੇ ਹੋ। ਕੋਵਿਡ ਨੇ ਇੱਕ ਬੜੀ ਵੱਡੀ ਚੀਜ਼ ਸਿਖਾਈ ਹੈ ਆਪਾਂ ਨੂੰ। ਕੋਵਿਡ ਨੇ ਜਿਹੜਾ ਆਹ ਕਰੋਨਾ ਆਇਆ ਸੀਗਾ ਜੀ, ਉਹਨੇ ਇੱਕ ਬੜੀ ਵੱਡੀ ਚੀਜ਼ ਸਿਖਾਈ ਹੈ ਵੀ ਤੁਹਾਡੀਆਂ ਜ਼ਰੂਰਤਾਂ ਬਹੁਤ ਲਿਮਿਟਡ ਨੇ। ਉਸ ਟਾਈਮ ਆਪਾਂ ਜਿਹੜਾ ਹੈਗਾ ਸਾਨੂੰ ਪਤਾ ਵੀ ਕਿ ਦਾਲ ਫੁਲਕੇ ਨਾਲ ਕੰਮ ਚੱਲ ਜਾਂਦਾ ਹੈ, ਠੀਕ ਹੈ, ਤੇ ਤੁਹਾਡੀਆਂ ਜਿਹੜੀਆਂ ਬੰਦਾ ਨਾਰਮਲ ਕਮਾ ਰਿਹਾ ਉਹ ਬਹੁਤ ਵਧੀਆ ਤਰੀਕੇ ਨਾਲ ਖਾ ਕੇ ਆਪਦਾ ਘੁੰਮ ਫਿਰ ਵੀ ਸਕਦਾ, ਸਭ ਕੁਝ ਕਰ ਸਕਦਾ। ਬਟ ਇੱਕ ਜਿਹੜਾ ਦਿਖਾਵਾ ਕਲਚਰ ਹੈ, ਇੱਕ ਆਪਣੇ ਪੰਜਾਬੀ ਕਲਚਰ ਦੇ ਵਿੱਚ ਐਡ ਹੋ ਗਿਆ ਜੀ, ਐਡ ਹੋ ਗਿਆ, ਠੀਕ ਹੈ। ਆਪਣੇ ਗਾਣਿਆਂ ਨੂੰ ਤੁਸੀਂ ਸੁਣ ਲਓ, ਆਪਣੀ ਕਿਸੇ ਚੀਜ਼ 'ਚ ਗੱਡੀਆਂ ਦੇ ਨਾਂ, ਮਤਲਬ ਚੀਜ਼ਾਂ ਦੇ ਨਾਂ, ਬ੍ਰਾਂਡਾਂ ਦੇ ਨਾਂ, ਉਸੇ ਚੀਜ਼ 'ਚ ਉਲਝੇ ਹੋਏ ਆ, ਠੀਕ ਹੈ। ਮਤਲਬ ਆਪਾਂ ਬੇਸਿਕਲੀ ਕਿਤਾਬਾਂ ਦੇ ਵੱਲ ਨੂੰ ਜਾਣਾ ਹੈ ਜਾਂ ਆਪਾਂ ਗਰਾਊਂਡਾਂ ਦੇ ਵੱਲ ਨੂੰ ਜਾਣਾ ਹੈ, ਆਪਾਂ ਖੇਡਣ ਵੱਲ ਦੇਖੀਏ, ਪੜ੍ਹਨ ਵੱਲ ਦੇਖੀਏ, ਠੀਕ ਹੈ। ਉਹ ਦਿਖਾਵੇ, ਫੋਕੇ ਦਿਖਾਵੇ ਵਾਈ 'ਚੋਂ ਨਿਕਲਿਆ ਜਾਵੇ। ਮਤਲਬ ਅਸੀਂ ਮੈਂ ਪਟਿਆਲਾ ਜਦੋਂ ਪੋਸਟਡ ਸੀਗਾ ਜੀ, ਅਸੀਂ ਇੱਕ ਮੁਹਿੰਮ ਚਲਾਈ ਸੀਗੀ ਬੇਸਿਕਲੀ ਪੋਸਟਰ ਕਲਚਰ ਤੋਂ, ਵੀ ਜਿਹੜੇ ਅੱਜ ਕੱਲ੍ਹ ਕੀ ਹੈ ਕਾਲਜਾਂ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਕਿ ਉਹ ਸਟੂਡੈਂਟ ਜਾ ਕੇ ਨਾ ਪੋਸਟਰ ਲਵਾ ਲੈਂਦੇ ਨੇ ਆਪਣੇ, ਬਿਲਕੁਲ, ਠੀਕ ਹੈ ਜੀ। ਉਹ ਕੋਈ ਮੈਂ ਫਲਾਣਾ ਪ੍ਰਧਾਨ ਪਰਪਸ ਹੁੰਦਾ ਹੈ ਉਹ ਫੋਨ ਨੰਬਰ ਆਪਦਾ ਡਿਸਟਰੀਬਿਊਟ ਕਰਨਾ, ਥੋੜੀ ਜਿਹੀ ਵੇਲ ਪੁਣੇ ਵਾਲਾ ਵੀ ਬਸ ਪਤਾ ਨਹੀਂ ਮੈਂ ਕਿਹੜਾ ਪ੍ਰਧਾਨ, ਉਹ ਫੋਕੀ ਪ੍ਰਧਾਨਗੀ ਹੈ, ਉਹ ਚੋਂ ਨਿਕਲੋ ਬਾਹਰ, ਠੀਕ ਹੈ ਜੀ। ਪ੍ਰਧਾਨਗੀ ਬੇਸਿਕਲੀ ਉਹ ਹੈ ਵੀ ਤੁਹਾਡਾ ਪੋਸਟਰ ਉਦੋਂ ਲੱਗੇ ਵੀ ਇਹ ਫਲਾਣਾ ਅਫਸਰ ਬਣ ਗਿਆ, ਬਿਲਕੁਲ ਜੀ, ਠੀਕ ਹੈ ਜੀ। ਪੋਸਟਰ ਤੁਹਾਡਾ ਲੱਗੇ ਵੀ ਫਲਾਣੀ ਸਪੋਰਟਸ 'ਚ ਨੇ ਆਹ ਮੈਡਲ ਜਿੱਤ ਲਿਆ, ਕੁਛ ਸਮਾਜ ਲਈ ਕੀਤਾ ਜੀ, ਠੀਕ ਹੈ ਜੀ। ਕੁਛ ਪਤਾ ਵੀ ਤਾਂ ਲੱਗੇ, ਮਤਲਬ ਆਪਾਂ ਫੋਕੀਆਂ ਚੀਜ਼ਾਂ ਦੇ ਵਿੱਚ ਹੀ, ਗਾਣਿਆਂ ਦੇ ਵਿੱਚ ਹੀ ਸੁਣ ਕੇ ਗਾਣੇ ਲਾ ਲਏ, ਉਹਨੂੰ ਸੁਣਿਆ, ਉਹਦੇ ਹਿਸਾਬ ਨਾਲ ਹੀ ਜ਼ਿੰਦਗੀ ਅੱਧੇ ਕੱਢੀ ਜਾ ਰਹੇ ਹਾਂ, ਠੀਕ ਹੈ। ਯੂਥ ਦਾ ਅੱਜ ਕੱਲ੍ਹ ਇਹ ਹੋਇਆ ਪਿਆ, ਠੀਕ ਹੈ। ਤਾਂ ਮੈਂ ਤੁਹਾਨੂੰ ਇਹ ਕਹੂੰਗਾ ਵੀ ਜਾਣਾ ਹੈ ਤੁਸੀਂ ਜੋ ਮਰਜ਼ੀ ਕਰੋ, ਚਾਹੇ ਬਾਹਰ ਜਾਣਾ ਹੈ, ਚਾਹੇ ਕੁਛ ਕਰਨਾ ਹੈ, ਬਟ ਆਪਣੇ ਸਮਾਜ ਲਈ ਪਹਿਲਾਂ ਉਰੇ ਜੁੜੋ, ਪੰਜਾਬ ਦੇ ਨਾਲ ਜੁੜੋ, ਹਿੰਦੁਸਤਾਨ ਦੇ ਨਾਲ ਜੁੜੋ, ਇੰਡੀਆ ਦੇ ਨਾਲ ਜੁੜੋ। ਇੱਥੇ ਦੇ ਲਈ ਆਪਣੇ ਜਿਹੜੇ ਪੁਰਖਿਆਂ ਨੇ ਕੁਰਬਾਨੀਆਂ ਦੇ ਕੇ ਇਹਨੂੰ ਆਜ਼ਾਦ ਕਰਾਇਆ, ਤੇ ਇਹਨੂੰ ਵਧੀਆ, ਇਹਨੂੰ ਅਮਰੀਕਾ ਕੈਨੇਡਾ ਤੋਂ ਵੀ ਅੱਗੇ ਲੈ ਕੇ ਚਲੇ ਜਾਵਾਂਗੇ ਆਪਾਂ, ਜੇ ਤੁਸੀਂ ਸਾਰੇ ਮਤਲਬ ਸਹੀ ਸੋਚ ਦੇ ਨਾਲ, ਸੁਚਾਰੂ ਢੰਗ ਦੇ ਨਾਲ ਕੰਮ ਕਰਕੇ ਉਰੇ ਹੀ ਪੰਜਾਬ ਦੇ ਵਿੱਚ ਹੀ ਆਪਣੀ ਰੋਟੀ ਕਮਾਉਂਗੇ। ਤਾਂ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ ਸਰੋਤਿਆਂ ਨੂੰ। ਮੋਹਿਤ ਜੀ, ਤੁਸੀਂ ਆਪਣੇ ਬਹੁਤ ਬਿਜ਼ੀ ਸ਼ਡਿਊਲ 'ਚੋਂ ਬਾਬੂਸ਼ਾਹੀ ਨੂੰ ਖੁੱਲ੍ਹਾ ਡੁੱਲਾ ਟਾਈਮ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ, ਇਹ ਸੀਗੇ DSP ਭਵਾਨੀਗੜ੍ਹ ਮੋਹਿਤ ਅਗਰਵਾਲ ਜੀ। ਇੰਟਰਵਿਊ ਕਿੱਦਾਂ ਲੱਗੀ? ਦੇਖੋ, ਉਹਨਾਂ ਨੇ ਆਪਣੀ ਸਕੂਲਿੰਗ ਲਾਈਫ ਤੋਂ ਲੈ ਕੇ ਜ਼ਿੰਦਗੀ ਦਾ ਹਰ ਪੱਖ ਹੈ ਜਿਹੜਾ ਉਹ ਸਾਂਝਾ ਕੀਤਾ ਹੈ। ਇੰਟਰਵਿਊ ਪਸੰਦ ਆਵੇ ਸ਼ੇਅਰ ਜ਼ਰੂਰ ਕਰੋ, ਕੋਈ ਸੁਝਾਅ ਹੋਵੇ ਕਮੈਂਟ ਕਰਕੇ ਜ਼ਰੂਰ ਦੱਸੋ। ਮੈਂ ਦੀਦਾਰ ਗੁਰਨਾਥ ਜਲਦੀ ਹੀ ਨਵੇਂ ਮਹਿਮਾਨ ਨਾਲ ਹਾਜ਼ਰ ਹੋਵਾਂਗਾ, ਤਦ ਤੱਕ ਲਈ ਧੰਨਵਾਦ। ਜੈ ਹਿੰਦ।